ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਟੋਰਾਂਟੋ ਸਮੇਂ ਮੁਤਾਬਕ 8:30 ਵਜੇ 2 ਘੰਟੇ ਦੇ ਮਾਰਨਿੰਗ ਸ਼ੋਅ ਟੋਰਾਂਟੋ ਤੋਂ ਲਾਈਵ ਹੁੰਦੇ ਆ ਜੀ। 8 ਤੋਂ 9 ਬਲਤੇਜ ਪੰਨੂ ਸਾਹਿਬ, ਰਵਿੰਦਰ ਸਿੰਘ ਤੇ ਪ੍ਰਿੰਸ ਸੰਧੂ ਸਾਹਿਬ ਅੱਜ ਨਾਮਾਂ ਲੈ ਕੇ ਹੁੰਦੇ ਆ। ਪੰਜਾਬ ਤੇ ਇੰਡੀਆ ਦੀ ਗੱਲਬਾਤ ਹੁੰਦੀ ਹੈ। 9 ਤੋਂ 10 ਵਾਰੀ ਆ ਜਾਂਦੀ ਆ ਦੇਸੀ ਰੰਗ ਦੀ। ਦੇਸੀ ਰੰਗ ਦੇ ਵਿੱਚ ਸਾਡੇ ਨਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਨਵੇਂ ਗੈਸਟ ਮਹਿਮਾਨ ਹੁੰਦੇ ਆ ਤੇ ਅੱਜ ਬੁੱਧਵਾਰ ਦਾ ਦਿਨ ਬਲਜਿੰਦਰ ਬੜੈਂਗ ਸਾਹਿਬ ਸਟੂਡੀਓ ਵਿੱਚ ਪਹੁੰਚੇ ਹੋਏ ਆ। ਅੱਜ ਦਾ ਜਿਹੜਾ ਵਿਸ਼ਾ ਹੈਗਾ ਕਾਫੀ ਵਾਰੀ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਕਿਉਂ ਨਹੀਂ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰੀਏ, ਤੁਹਾਡੇ ਵਿਚਾਰ ਲਈਏ। ਤੇ ਕੁਛ ਕੁ ਜਿਸ ਤਰ੍ਹਾਂ ਬਲਜਿੰਦਰ ਹੁਣਾਂ ਦਾ ਰੀਅਲ ਸਟੇਟ ਦੇ ਵਿੱਚ ਕਾਫੀ ਲੰਬਾ ਤਜਰਬਾ ਹੈ। ਅਸੀਂ ਪੰਜਾਬੀ ਖਾਸ ਕਰਕੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਨਵਾਂ ਘਰ ਖਰੀਦਦੇ ਹਾਂ ਤੇ ਸਾਡਾ ਜਿਹੜਾ ਨੇਬਰਹੁੱਡ ਆ ਨਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕੀ ਉਹ ਸਾਰੇ ਜ਼ਿਆਦਾਤਰ ਲੋਕ ਪੰਜਾਬੀ ਸਾਡੀ ਕਮਿਊਨਿਟੀ ਨਾਲ ਸੰਬੰਧਿਤ ਹੋਣੇ ਚਾਹੀਦੇ ਆ ਜਾਂ ਮਲਟੀ ਕਲਚਰਲ ਹੋਣੇ ਚਾਹੀਦੇ ਆ? ਤੁਸੀਂ ਕੀ ਸੋਚਦੇ ਆ? ਅੱਜ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਪਰ ਕੁਛ ਇਹ ਸੋਚਦੇ ਆ ਕਿ ਸਾਡੇ ਜਿਹੜੇ ਗਵਾਂਢੀ ਆ ਨਾ ਜ਼ਿਆਦਾ ਪੰਜਾਬੀ ਨਾ ਹੋਣ, ਸਾਡੀ ਕਮਿਊਨਿਟੀ ਨਾ ਹੋਵੇ। ਕਿਉਂ? 905 673 97। ਸੋ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਬਲਜਿੰਦਰ ਹੋਣਾ ਦਾ। ਬਲਜਿੰਦਰ ਜੀ ਆਇਆਂ ਨੂੰ ਵੀਰ। ਬਹੁਤ ਸ਼ੁਕਰੀਆ ਸੰਦੀਪ ਤੇ ਪੰਜਾਬ ਟੀਵੀ ਉੱਪਰ ਦੇਸੀ ਰੰਗ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਮੁਹੱਬਤ ਪਿਆਰ ਦੇ ਨਾਲ ਸਤਿ ਸ੍ਰੀ ਅਕਾਲ ਜੀ। ਕਿਉਂ? ਇਹੀ ਟੌਪਿਕ ਆ ਆਪਣਾ ਵੀ ਕਿਉਂ। ਯੈਸ, ਅਸੀਂ ਪੰਜਾਬ ਚੋਂ ਉੱਠ ਕੇ ਆਏ ਹਾਂ। ਆਪਣੇ ਟੀਵੀ ਪ੍ਰੋਗਰਾਮ ਦੇ ਸਾਰੇ ਦਰਸ਼ਕ ਜਿਹੜੇ ਨੇ ਮੈਕਸਿਮਮ ਪੰਜਾਬੀ ਨੇ, ਚਾਹੇ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ, ਜਾਂ ਦੀ ਜ਼ਿਆਦਾਤਰ ਪੰਜਾਬ 'ਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਸਮਝਦੇ ਆ ਉਹ ਸਾਡੇ ਟੀਵੀ ਨੂੰ ਵਾਚ ਕਰਦੇ ਆ ਜੀ। ਤੇ ਐਜ਼ ਏ ਰੀਅਲ estate ਏਜੰਟ ਮੈਂ ਪੰਜਾਬੀ ਹਾਂ ਜੀ। ਐਂਡ ਇਹ ਪਿਛਲੇ 14 ਸਾਲ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਨਾਲ ਮੈਂ ਵਿਚਰਿਆ, ਉਹਨਾਂ ਨੂੰ ਘਰ ਲੈ ਕੇ ਦਿੱਤੇ ਨੇ, ਵੇਚੇ ਨੇ। ਪਰ ਜਿਹੜੀ ਗੱਲ ਦਾ ਕੰਸਰਨ ਆਪਾਂ ਲੈ ਕੇ ਅੱਜ ਬੈਠੇ ਆ ਨਾ ਉਹ ਇਹ ਆ ਕਿ ਰੀਸੈਂਟਲੀ ਇੱਕ ਇਨਸੀਡੈਂਟ ਹੋਇਆ ਤੇ ਉਹ ਇੱਕਦਮ ਤੁਹਾਨੂੰ ਕਈ ਵਾਰੀ ਗੱਲ ਕਲਿੱਕ ਕਰ ਜਾਂਦੀ ਆ। ਗੱਲ ਕਰਨੀ ਸੀ ਆਪਣੇ ਕੋਲ ਟੌਪਿਕ ਹਰੇਕ ਵੀ ਕੋਈ ਨਾ ਕੋਈ ਇਹੋ ਜਿਹਾ ਹੁੰਦਾ, ਕਈ ਵਾਰੀ ਕੋਈ ਜ਼ਿਆਦਾ ਸੀਰੀਅਸ ਮੁੱਦਾ ਹੋ ਜਾਂਦਾ। ਸੋ ਆਪਾਂ ਗੱਲਬਾਤ ਕਰਦੇ ਹਾਂ। ਪਰ ਰੀਸੈਂਟਲੀ ਹੁਣ ਇੱਕਦਮ ਟੌਪਿਕ ਉਹ ਦਿਮਾਗ 'ਚ ਤਾਂ ਆਇਆ, ਮੈਂ ਤਾਂ ਹੀ ਡਿਸਕਸ ਕੀਤਾ ਕਿ ਇੰਨਿਆਂ ਸਾਲਾਂ ਦੇ ਵਿੱਚ ਵੀ ਮੈਂ ਨਾ ਹਰ ਇੱਕ ਕਮਿਊਨਿਟੀ ਦੇ ਨਾਲ ਵਿਚਰਿਆ। ਜੂਇਸ਼ ਵੀ ਨੇ, ਪੰਜਾਬੀ ਵੀ ਨੇ, ਇਟਾਲੀਅਨਸ ਵੀ ਨੇ, ਗੋਰੇ ਵੀ ਨੇ, ਬਲੈਕ ਕਮਿਊਨਿਟੀ ਵੀ ਆ। ਐਂਡ ਮੈਨੂੰ ਕਦੇ ਵੀ ਇੱਕ ਵੀ ਕਿਸੇ ਕਸਟਮਰ ਨੇ ਇਹ ਨਹੀਂ ਕਿਹਾ ਜਾਂ ਉਹਨਾਂ ਨੇ ਮੈਨੂੰ ਪੁੱਛਿਆ ਨਹੀਂ ਕਿ ਮੇਰਾ ਨੇਬਰ ਕੌਣ ਹੈ, ਇਸ ਕਮਿਊਨਿਟੀ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਮੈਕਸਿਮਮ ਲੋਕ ਕਿਹੜੇ ਰੰਗ ਜਾਂ ਰੇਸ ਦੇ ਰਹਿੰਦੇ ਨੇ ਜੀ। ਜਦੋਂ ਵੀ ਅਸੀਂ ਕਿਸੇ ਪੰਜਾਬੀ ਬੰਦੇ ਨੂੰ ਘਰ ਦਿਖਾਉਂਦੇ ਆ, ਉਹ ਘਰ ਹਾਲਾਂਕਿ ਆਪਾਂ ਓਬਵੀਅਸਲੀ ਇਹ ਪਹਿਲਾ ਘਰ ਤਾਂ ਲੈ ਲੈਣਾ ਹੁੰਦਾ, ਹਰ ਇੱਕ ਘਰ ਨੂੰ ਵਿਜ਼ਿਟ ਕਰਨ ਵੇਲੇ ਜਦੋਂ ਵਿਜ਼ਿਟ ਕਰ ਰਹੇ ਨੇ, ਪਸੰਦ ਆਵੇ ਨਾ ਆਵੇ, ਪਹਿਲਾ ਕੰਮ ਉਹਨਾਂ ਦਾ ਇਹ ਪੁੱਛਣਾ ਗਵਾਂਢੀ ਕੌਣ ਹੈ ਜੀ। ਗਵਾਂਢੀ ਪੰਜਾਬੀ ਤਾਂ ਨਹੀਂ, ਮੈਕਸਿਮਮ ਟਾਈਮ ਇਹ ਹੁੰਦਾ। ਇਹੋ ਜਿਹੇ ਵੀ ਆ ਬਹੁਤ ਕਸਟਮਰ, ਉਹ ਇਹ ਪੁੱਛਦੇ ਨੇ, ਉਹ ਕਹਿੰਦੇ ਸੀ ਅਪ ਫਰੰਟ ਕਿ ਵੀ ਸਾਨੂੰ ਘਰ ਭਾਜੀ ਉੱਥੇ ਲੈ ਕੇ ਦਿਓ ਜਿੱਥੇ ਮੇਰੇ ਆਂਢ ਗੁਆਂਢ ਦੇ ਵਿੱਚ ਜੇ ਆਪਣੇ ਪੰਜਾਬੀ ਹੋਣ ਤਾਂ ਬਾਹਲਾ ਵਧੀਆ। ਵੀ ਕਹਿੰਦੇ ਨੇ ਗਵਾਂਢੀ ਸਰਾਣੇ ਦੀ ਬਾਂਹ ਵਰਗਾ ਹੁੰਦਾ। ਬਿਲਕੁਲ। ਤੇ ਜੇ ਕਿਤੇ ਲੋੜ ਪਵੇ, ਨੇਰੇ ਸਵੇਰੇ ਹੋਵੇ ਤੇ ਵੀ ਅਸੀਂ ਐਟਲੀਸਟ ਇੱਕ ਦੂਜੇ ਦੇ ਨਾਲ ਮਿਲ ਵਰਤਨ ਰੱਖ ਸਕਦੇ ਹਾਂ ਜੀ। ਪਰ ਬਹੁਤ ਜ਼ਿਆਦਾ ਲੋਕ ਐਵਰੇਜ ਮੈਂ ਕਹਿੰਦਾ ਨਾ ਪੰਜਾਬੀ ਜਿੰਨਿਆਂ ਨੂੰ ਮੈਂ ਹੁਣ ਤੱਕ ਟ੍ਰਾਂਜੈਕਸ਼ਨ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਤਕਰੀਬਨ 70 ਤੋਂ 80% ਦੇ ਵਿੱਚ ਦੇ ਲੋਕ ਇਹ ਨੇ, ਉਹ ਇਹ ਕਹਿੰਦੇ ਨੇ ਕਿ ਜੀ ਸਾਨੂੰ ਘਰ ਉੱਥੇ ਲੈ ਕੇ ਦਿਓ ਜਿੱਥੇ ਜ਼ਿਆਦਾ ਪੰਜਾਬੀ ਨਾ ਹੋਣ। ਹੁਣ ਇਹ ਗੱਲ ਕੰਸਰਨ ਬਹੁਤ ਸੀਰੀਅਸ ਆ। ਐਂਡ ਕੀ ਅਸੀਂ ਆਪਣੇ ਹੀ ਰੰਗ ਤੋਂ ਜਾਂ ਆਪਣੀ ਰੇਸ ਤੋਂ, ਆਪਣੀ ਬੋਲੀ ਤੋਂ ਇੰਨੇ ਸ਼ੇਮਫੁਲ ਆ ਕਿ ਅਸੀਂ ਆਪਦੇ ਹੀ ਲੋਕਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ? ਪਰ ਬਲਜਿੰਦਰ ਇਹਦੇ 'ਚ ਨਾ ਕਾਰਨ ਕੀ ਆ? ਕਿਉਂ? ਉਹੀ ਤਾਂ ਆਪਾਂ ਪੁੱਛੀਏ ਕਿਉਂ। ਕਿਉਂਕਿ ਤਾੜੀ ਇੱਕ ਹੱਥ ਨਾਲ ਵੱਜਦੀ ਨਹੀਂ। ਅੱਛਾ, ਮੈਂ ਇੱਕ ਉਦਾਹਰਨ ਦਿੰਦਾ। ਜਿਵੇਂ ਤੁਸੀਂ ਗਵਾਂਢੀ ਦੀ ਗੱਲਬਾਤ ਕੀਤੀ ਨਾ, ਸੋ ਇੱਕ ਦਿਨ ਬੜਾ ਸੋਹਣਾ ਮੈਂ ਪੜ੍ਹ ਰਿਹਾ ਸੀ ਕਿਤੇ ਟੋਟਕਾ, ਤੇ ਦਰਾਣੀਆਂ ਜਠਾਣੀਆਂ ਹੁੰਦੀਆਂ ਦੋ ਜੀ, ਠੀਕ ਹੈ। ਦਰਾਣੀ ਜਾਂ ਜਠਾਣੀ ਉਹਨਾਂ 'ਚੋਂ ਇੱਕ ਤਕੜੇ ਬੈਕ, ਉਹਨਾਂ ਦੇ ਜਿਹੜਾ ਪਰਿਵਾਰ ਆ ਨਾ, ਕੋਈ ਐਸਪੀ ਮਤਲਬ ਚੰਗੇ ਅਹੁਦਿਆਂ ਵਾਲੇ ਮਤਲਬ ਹੈ ਨਾ ਬੰਦੇ, ਤੇ ਉਹ ਆਪਣੀ ਦਰਾਣੀ ਜਠਾਣੀ ਨੂੰ ਕਹਿੰਦੇ ਆ ਵੀ ਸਾਡੇ ਤਾਂ ਰਿਸ਼ਤੇਦਾਰੀ 'ਚ ਫਲਾਨਾ ਨਾਮ ਲਈ ਗਈ ਹੈ ਨਾ, ਮਤਲਬ ਆਪਣਾ ਹੋਣਾ ਉਹਨਾਂ ਦਾ ਕੋਈ ਮਤਲਬ ਦਿਖਾਉਣ ਨੂੰ ਮੈਂ ਵੱਡੀ ਆ। ਜਿਹੜੀ ਉਹਦੀ ਜਠਾਣੀ ਸੀ ਉਹਨੇ ਫੜ ਕੇ ਨਾ ਆਂਦੀ ਵੀ ਜੀਤੋ ਗਵਾਂਢੀ ਨੂੰ ਹੱਕ ਮਾਰੀ ਕੰਨ ਤੋਂ, ਆਂਦੀ ਜੀਤੋ ਆ ਜਾਓ ਕਰੀਏ ਕੰਮ। ਆਂਦੀ ਮੈਂ ਤਾਂ ਜੀਤੋ ਨੂੰ ਹੀ ਜਾਣਦੀ ਆ। ਤੇ ਜੀਤੋ ਤੇ ਉਹਨੇ ਫੜ ਕੇ ਉਹ ਕੁੱਟੀ ਚੰਗੀ ਤਰ੍ਹਾਂ। ਉਹਨੇ ਬਾਕੀ ਗੱਲਾਂ ਬਾਅਦ 'ਚ, ਉਹਦੀ ਉਦਾਹਰਨ ਇਹੀ ਸੀਗੀ ਐਂਡ ਤੇ ਵੀ ਜਿਹੜਾ ਤੁਹਾਡਾ ਗਵਾਂਢੀ ਆ ਸਭ ਤੋਂ ਪਹਿਲਾਂ ਉਹ ਆ, ਬਾਕੀ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਉਹਨਾਂ ਨੇ ਪਤਾ ਨਹੀਂ ਆਉਣਾ ਨਹੀਂ ਆਉਣਾ, ਉਹ ਬਾਅਦ ਦੀਆਂ ਗੱਲਾਂ, ਉਹ ਚੱਲ ਕੇ ਆਉਣਾ ਸਾਰਿਆਂ ਨੇ। ਠੀਕ ਹੈ, ਓਕੇ। ਹੁਣ ਬਲਜਿੰਦਰ ਇਹ 'ਚ ਗੱਲ ਇਹ ਆ ਜਾਂਦੀ ਆ, ਦੇਖੋ ਜੇ ਆਪਾਂ ਗੱਲਬਾਤ ਕਰੀਏ, ਆਪਾਂ ਬਿਜ਼ਨਸ ਦੇ ਵਿੱਚ ਆ ਜੀ, ਠੀਕ ਹੈ। ਤੁਸੀਂ ਮਲਟੀ ਕਲਚਰਲ ਕਮਿਊਨਿਟੀ 'ਚ ਕੰਮ ਕਰਦੇ ਆ, ਜਿਵੇਂ ਤੁਸੀਂ ਨਾਮ ਲਿਆ, ਵੱਖਰੇ ਵੱਖਰੇ ਲੋਕਾਂ ਨਾਲ ਤੁਹਾਡੀ ਡੀਲ ਆ ਜੀ। ਮੈਂ ਜੇ ਜ਼ਿਆਦਾਤਰ ਕੰਮ ਕੀਤਾ ਸਾਡੀ ਟੀਮ ਨੇ, ਅਸੀਂ ਜ਼ਿਆਦਾਤਰ ਪੰਜਾਬੀਆਂ 'ਚ ਹੀ ਕੀਤਾ ਜੀ। ਤੇ ਅੱਜ ਮੈਂ ਕਹਾਂ ਇਹ ਚੀਜ਼ ਬਲਜਿੰਦਰ ਟੋਟਲੀ ਰੋਂਗ ਆ। ਓਕੇ, ਜਿੱਥੇ ਮੈਂ ਰਹਿ ਰਿਹਾ, ਮੇਰਾ ਪਹਿਲਾ ਘਰ ਆ, ਤੁਹਾਨੂੰ ਪਤਾ ਹੈ ਜੀ, 1100 ਸਕੁਅਰ ਫੀਟ ਕੇ ਮਿਲਾ 1200 ਸਕੁਅਰ ਫੀਟ ਘਰ ਦੇ ਵਿੱਚ ਅਸੀਂ ਲੰਮੇ ਸਮੇਂ ਤੋਂ ਰਹਿ ਰਹੇ ਹਾਂ ਜੀ।
ਅਸੀਂ ਤਰਸਦੇ ਆ ਕਿ ਸਾਡੇ ਉਸ ਏਰੀਏ ਦੇ ਵਿੱਚ ਜੋ ਕੋਈ ਗਵਾਂਢੀ ਆਉਂਦਾ, ਪੰਜਾਬੀ ਆਉਂਦਾ, ਸਾਨੂੰ ਖੁਸ਼ੀ ਹੁੰਦੀ ਆ ਜੀ ਬਿਲਕੁਲ। ਹੁਣ ਮਤਲਬ ਉੱਥੇ ਕੁਛ ਮਤਲਬ ਲੋਕ ਆਏ ਆ, ਉੱਥੇ ਸਾਰੇ ਲੋਕ ਵੱਖਰੇ ਵੱਖਰੇ ਰਹਿੰਦੇ ਸੀਗੇ ਜੀ, ਹੈ ਨਾ। ਔਰ ਹਰ ਇੱਕ ਨੂੰ ਅਸੀਂ ਬਹੁਤ ਤਰੀਕੇ ਨਾਲ ਮਤਲਬ ਬੁਲਾਉਂਦੇ ਸੀਗੇ ਬਲਜਿੰਦਰ, ਠੀਕ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਹੈ। ਅਸੀਂ ਰੋਜੀ ਰੋਟੀ ਵੀ ਉੱਥੋਂ ਖਾਂਦੇ ਆ ਤੇ ਚਾਹੁੰਦੇ ਵੀ ਆ ਕਿ ਉੱਥੋਂ ਭੱਜ ਜਾਈਏ ਉਹਨਾਂ ਚੋਂ, ਵੀ ਰੋਟੀ ਲਈ ਅਸੀਂ ਬਿਜ਼ਨਸ ਕਰਨਾ, ਪੈਸੇ ਕਮਾਉਣੇ ਆ, ਸਾਡੇ ਲੋਕ ਹੋਣ, ਕਿਉਂਕਿ ਉੱਥੋਂ ਅਸੀਂ ਰੋਟੀ ਖਾ ਰਹੇ ਆ। ਪਰ ਇਹਦੇ ਕਾਰਨ ਹੋ ਗਏ ਨਾ, ਇਹਦਾ ਮਤਲਬ ਸਮਥਿੰਗ ਰੋਂਗ। ਕਿਹੜੇ ਪਾਸੇ ਰੋਂਗ ਆ? 100% ਤਾਂ ਗਵਾਂਢੀ ਮਾੜਾ ਨਹੀਂ ਹੋ ਸਕਦਾ ਤੇ 100% ਅਸੀਂ, ਇਹਦਾ ਮਤਲਬ ਮੈਂ ਵੀ ਪੰਜਾਬੀ ਆ ਨਾ, ਫਿਰ ਮੈਂ ਕਿੱਦਾਂ ਅਮੀਰ ਕਰਨਾ ਜੀ। ਉਹੀ ਤਾਂ ਗੱਲ ਕਰ ਰਹੇ ਸੀ ਕਿ ਆਪਾਂ ਇਸੇ ਮੁੱਦੇ ਦੇ ਉੱਤੇ ਮੇਨ ਆਉਣ ਦਾ ਮਕਸਦ ਹੈ ਕਿ ਜਿਹੜਾ ਜਦੋਂ ਮੈਂ ਕਹਿ ਰਿਹਾ ਕਿ ਮੈਂ ਪੰਜਾਬੀ ਕਮਿਊਨਿਟੀ 'ਚ ਨਹੀਂ ਰਹਿਣਾ, ਜਾਂ ਤਾਂ ਮੈਨੂੰ ਕਿਤੇ ਨਾ ਕਿਤੇ ਪ੍ਰੋਬਲਮ ਹੈ ਆਪਣੇ ਆਪ ਦੇ ਵਿੱਚ, ਰਾਈਟ, ਜਾਂ ਮੇਰਾ ਕਿਤੋਂ ਐਕਸਪੀਰੀਅੰਸ ਮਾੜਾ ਹੋਇਆ। ਪਰ ਉਹ ਐਕਸਪੀਰੀਅੰਸ ਸਾਡਾ ਇਕੱਲੇ ਸਾਡੀ ਕਮਿਊਨਿਟੀ ਦੇ ਨਾਲ ਹੀ ਕਿਉਂ ਮਾੜਾ? ਕੀ ਦਿਮਾਗ ਦੇ ਵਿੱਚ? ਓਕੇ, ਹੋ ਸਕਦਾ ਕਿ ਮੈਂ ਪਿੱਛੇ ਜਿਹੜੇ ਘਰ ਦੇ ਵਿੱਚ ਰਹਿੰਦਾ ਆ ਮੇਰੇ ਗਵਾਂਢੀ ਮਾੜਾ ਸੀ ਸਪੋਜ਼, ਉਹ ਪਰ ਕੀ ਹੁਣ ਮੈਂ ਬਾਕੀਆਂ ਨੂੰ ਵੀ ਉਸੇ ਠੱਪਾ ਲਾ ਦਿਆਂ? ਕੀ ਅਸੀਂ ਆਪਣੀ ਕਮਿਊਨਿਟੀ ਦੇ ਵਿੱਚੋਂ ਇੰਨੇ ਹੀ ਜ਼ਿਆਦਾ ਹੋ ਗਏ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਪ੍ਰੋਬਲਮਸ ਬਹੁਤ ਨੇ ਕਿ ਮੈਂ ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜਾਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੀ ਬਜਾਏ ਮੈਂ ਇਹ ਕਹਾਂ ਕਿ ਓਕੇ ਮੈਂ ਇੱਥੋਂ ਪਾਸੇ ਹੀ ਹਟ ਜਾਣਾ? ਕੀ ਇਹ ਵਧੀਆ ਅਲਟਰਨੇਟਿਵ ਹੈ? ਕੀ ਇਹ ਰੂਟ ਜਾਣਾ ਜ਼ਰੂਰੀ ਆ ਕਿ ਵੀ ਇੰਸਟੈਡ ਆਫ ਕਿ ਮੈਂ ਉਹਨਾਂ ਨੂੰ ਕਹਾਂ ਜਾਂ ਮੈਂ ਜੋ ਵੀ ਆਪਣੇ ਵੱਲੋਂ ਆਦਾ ਯੋਗਦਾਨ ਪਾਵਾਂ? ਆਪਾਂ ਅੱਜ ਬੈਠੇ ਹਾਂ ਇੱਥੇ, ਆਪਾਂ ਯੋਗਦਾਨ ਪਾ ਰਹੇ ਹਾਂ ਨਾ ਕਿਸੇ ਨਾ ਕਿਸੇ ਗੱਲ ਦੇ ਉੱਤੇ ਜੀ, ਰਾਈਟ। ਅਸੀਂ ਜੇ ਮੁੱਦਾ ਲੈ ਕੇ ਆਉਂਦੇ ਜਾਂ ਕੋਈ ਗੱਲਬਾਤ ਲੈ ਕੇ ਆਉਂਦੇ, ਉਹ ਯੋਗਦਾਨ ਹੀ ਹੈ ਨਾ। ਇੰਸਟੈਡ ਆਪਾਂ ਇਹ ਕਹਦੇ ਵੀ ਸਾਨੂੰ ਕੀ ਲੋੜ ਪਈ ਆ, ਤੂੰ ਵੀ ਮੈਂ ਰੀਅਲ estate ਦੇ ਵਿੱਚ ਆ, ਮੈਂ ਵੀ ਰੀਅਲ estate ਦੇ ਵਿੱਚ ਆ, ਅਸੀਂ ਇੱਕ ਪਾਸੇ ਇਹੀ ਕਹੀਏ ਕਿ ਆਪਾਂ ਆਪਦੀ ਐਡਵਰਟਾਈਜ਼ਮੈਂਟ ਕਰੋ, ਕੰਮ ਨਿਬੇੜੋ, ਸਾਨੂੰ ਨਹੀਂ ਲੋੜ ਹੈਗੀ ਇਹਨਾਂ ਗੱਲਾਂ ਕਰਨ ਦੀ। ਪਰ ਉਹਦੇ ਬਾਵਜੂਦ ਵੀ ਅਸੀਂ ਇਹ ਗੱਲ ਤਾਂ ਕਰਦੇ ਹਾਂ ਕਿਉਂਕਿ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਇਹਦੇ 'ਤੇ ਯੋਗਦਾਨ ਪਾਈਏ। ਆਪਾਂ ਪਿੱਛੇ ਇੱਕ ਵਾਰੀ ਗੱਲ ਕੀਤੀ ਸੀਗੀ 3-4 ਵੀਕ ਪਹਿਲਾਂ ਕਿ ਨੇਬਰਹੁੱਡ ਵਾਚ ਕਮਿਊਨਿਟੀ, ਕਿ ਨੇਬਰਹੁੱਡ ਦੇ ਵਿੱਚ ਅਸੀਂ ਆਸੇ-ਪਾਸੇ ਦਾ ਖਿਆਲ ਰੱਖਣਾ। ਮੈਂ ਆਪਣੀ ਉਦਾਹਰਨ ਦਿੱਤੀ ਸੀ ਕਿ ਮੇਰੇ ਆਸੇ-ਪਾਸੇ ਦੇ ਲੋਕ ਕਿੱਦਾਂ ਅਸੀਂ ਧਿਆਨ ਰੱਖਦੇ ਹਾਂ। ਹੁਣ ਪਰ ਚੱਕਰ ਇਹ ਆ ਜਾਂਦਾ ਹੈਗਾ ਕਿ ਜਦੋਂ ਅਸੀਂ ਇਹ ਕਹਿ ਦਿੰਦੇ ਆ ਕਿ ਵੀ ਮੇਰਾ ਗਵਾਂਢੀ ਪੰਜਾਬੀ ਨਾ ਹੋਵੇ, ਤੇ ਫਿਰ ਅਸੀਂ ਗਵਾਂਢੀ ਕਿਹੋ ਜਿਹਾ ਚਾਹੁੰਦੇ ਆ? ਕੀ ਤੁਹਾਡੇ ਗਵਾਂਢ ਦੇ ਵਿੱਚ ਕਿਹੜੇ ਲੋਕਾਂ ਨੂੰ ਤੁਸੀਂ ਪਸੰਦ ਕਰਦੇ ਹੋ? ਫਿਰ ਕੌਣ ਰਹਿਣ ਆ ਕੇ? ਜਿਹੜੇ ਤੁਹਾਡੇ ਗਵਾਂਢੀ ਆ, ਜੇ ਉਹ ਇਹ ਗੱਲ ਕਹਿ ਦੇਣ ਵੀ ਅਸੀਂ ਨਹੀਂ ਚਾਹੁੰਦੇ ਸਾਡਾ ਗਵਾਂਢੀ ਪੰਜਾਬੀ ਹੋਵੇ, ਹੁਣ ਤੁਸੀਂ ਕਿੰਨਾ ਫੀਲ ਕਰੋਗੇ? ਯੈਸ, ਇਹ ਵੀ ਗੱਲ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਆਪ ਦੀ ਹੀ ਕਮਿਊਨਿਟੀ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਹਾਂ, ਤੁਸੀਂ ਆਪ ਦੇ ਰੀਅਲਟਰ ਦੇ ਨਾਲ ਇਹ ਗੱਲ ਕਹਿਣ ਲੈਂਦੇ ਆ ਭਾਜੀ ਮੇਕ ਸ਼ੋਰ ਕਿ ਗਵਾਂਢੀ ਪੰਜਾਬੀ ਨਾ ਹੋਵੇ, ਤੇ ਫਿਰ ਤੁਸੀਂ ਆਪ ਕੀ ਹੋ? ਫਿਰ ਆਪ ਦਾ ਧਰਮ ਤਬਦੀਲ ਕਰੋ। ਬਲਜਿੰਦਰ, ਇਹਦਾ ਮਤਲਬ ਜਿਵੇਂ ਤੁਸੀਂ ਕਿਹਾ, ਦੇਖੋ ਹਰ ਕਮਿਊਨਿਟੀ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ, ਬਿਲਕੁਲ ਹੁੰਦੇ। ਉਹ ਇੱਕ ਹੋਰ ਬਲਜਿੰਦਰ ਚੀਜ਼, ਜੇ ਆਪਾਂ ਨਾ ਮਤਲਬ ਮੈਂ ਪਰਸਨਲੀ ਸੋਚਦਾ ਹੁੰਦਾ, ਸ਼ਾਇਦ ਮੇਰੇ ਵਾਂਗੂ ਕਈ ਹੋਰ ਵੀ ਸੋਚਦੇ ਹੋਣੇ ਆ ਜੀ, ਜੇ 10 ਬੰਦਿਆਂ ਨੂੰ ਪੁੱਛਦੇ ਆ ਕਿ ਬਲਜਿੰਦਰ ਕਿੱਦਾਂ ਦਾ ਹੈ ਜਾਂ ਸੰਦੀਪ ਕਿੱਦਾਂ ਦਾ ਹੈ, ਜੇ ਉਹਨਾਂ ਤੋਂ 6 ਬੰਦੇ ਕਹਿੰਦੇ ਨਾ ਕਿ ਸੰਦੀਪ ਚੰਗਾ ਮੈਂ ਜਾਂ ਬਲਜਿੰਦਰ ਚੰਗਾ, ਮੈਂ ਕਹੂੰ ਬਲਜਿੰਦਰ ਚੰਗਾ ਹੈ। ਜੇ 6 ਕਹਿੰਦੇ ਬਲਜਿੰਦਰ ਗਲਤ ਆ, 4 ਕਹਿੰਦੇ ਚੰਗਾ, ਇਹਦਾ ਮਤਲਬ ਮੈਂ ਪਿੱਛੇ ਹਟੂੰਗਾ ਜੀ, ਜਾਂ 3 ਮਤਲਬ, ਹੈ ਨਾ, ਕਿਉਂਕਿ 100% ਤਾਂ ਕਦੇ ਬਲਜਿੰਦਰ ਹੁੰਦਾ ਹੀ ਨਹੀਂ ਕਿਸੇ ਵੀ ਚੀਜ਼ 'ਚ, ਔਰ ਹੋਣਾ ਵੀ ਨਹੀਂ ਚਾਹੀਦਾ, ਹੈ ਨਾ। ਸੋ ਉਸ ਟਾਈਮ ਤੇ ਤੁਸੀਂ ਕੀ ਸੋਚਦੇ? ਇਹਦਾ ਮਤਲਬ ਜੇ ਕੁਛ ਤੁਹਾਡਾ ਗਲਤ ਤਜਰਬਾ ਹੋਇਆ, ਸਾਨੂੰ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ? ਬਿਲਕੁਲ ਨਹੀਂ ਬੋਲਣੇ ਚਾਹੀਦੇ। ਤੁਹਾਡਾ ਤਜਰਬਾ ਇੱਕ ਬੰਦੇ ਨਾਲ ਗਲਤ ਹੋ ਸਕਦਾ। ਹੁਣ ਜਿੱਥੇ ਤੁਸੀਂ ਨਵੀਂ ਥਾਂ ਤੇ ਸ਼ਿਫਟ ਹੋ ਰਹੇ ਹੋ ਜੀ, ਉੱਥੇ ਹੁਣ ਤੁਹਾਡੇ ਗੁਆਂਢ ਦੇ ਵਿੱਚ ਕਿਹੜਾ ਬੰਦਾ ਰਹਿ ਰਿਹਾ, ਉਹ ਕਿੰਨਾ ਚੰਗਾ ਕਿੰਨਾ ਮਾੜਾ ਕਿਸੇ ਨੂੰ ਨਹੀਂ ਪਤਾ, ਰਾਈਟ। ਸੋ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਇੱਕਦਮ ਆਪਣੇ ਦਿਮਾਗ ਦੇ ਵਿੱਚ ਪਿਕਚਰ ਬਣਾ ਲੈਣੀ। ਮੈਂ ਕਹਿੰਦਾ ਹੁੰਦਾ ਵੀ ਜੇ ਮੈਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਰਹਿਣ ਲੱਗਾ ਵਾਂ ਜੀ, ਇੰਸਟੈਡ ਕਿ ਮੈਂ ਕਹਾਂ ਕਿ ਉਹ ਸਾਰਾ ਕੁਝ ਪਰਫੈਕਟ ਹੋਵੇ ਆਸੇ ਪਾਸੇ ਮੇਰੇ, ਕਿਉਂ ਨਹੀਂ ਮੈਂ ਆਪਣੇ ਵੱਲੋਂ ਇੱਕ ਇਨੀਸ਼ੀਏਟਿਵ ਲਵਾਂ ਕਿ ਮੈਂ ਉਹਨੂੰ ਪਰਫੈਕਟ ਬਣਾਉਣ ਦੇ ਵਿੱਚ ਯੋਗਦਾਨ ਪਾਵਾਂ? ਯੈਸ, ਮੇਰੇ ਗਵਾਂਢੀ ਦਾ ਮਾਹੌਲ ਮਾੜਾ ਹੋ ਸਕਦਾ ਪਿੱਛੇ ਜਿੱਥੋਂ ਮੂਵ ਹੋਇਆ, ਪਰ ਜਿੱਥੇ ਗਾਹਾਂ ਵਾਲੀ ਥਾਂ ਦੇ ਉੱਤੇ ਹੋ ਸਕਦਾ ਕੋਈ ਵਧੀਆ ਚੰਗਾ ਪੰਜਾਬੀ ਹੋਵੇ। ਯੈਸ, ਰਾਈਟ। ਹੁਣ ਸਾਨੂੰ ਪ੍ਰੋਬਲਮ ਕਿੱਥੇ ਆਉਂਦੀ ਹੈਗੀ ਆ ਜ਼ਿਆਦਾਤਰ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅੱਜ ਘਰਾਂ ਦੇ ਵਿੱਚ ਉਹ ਆਉਂਦੀ ਹੈਗੀ ਆ ਕਿ ਸਾਡੇ ਡਰਾਈਵੇ ਸ਼ਰਿੰਕ ਹੋ ਗਏ। ਠੀਕ ਹੈ, ਡਰਾਈਵੇ ਸ਼ਰਿੰਕ ਹੋ ਗਏ। ਕਿਉਂ ਹੋ ਗਏ? ਕਿਉਂਕਿ ਬਿਲਡਰਸ ਜਿਹੜੇ ਨੇ ਗਰੀਡੀ ਹੋ ਗਏ, ਸਿਟੀ ਵੀ ਗਰੀਡੀ ਹੋ ਗਈ ਜੀ। ਸਿਟੀ ਕਹਿੰਦੀ ਆ ਕਿ ਘੱਟ ਸਮੇਂ ਦੇ ਘੱਟ ਜਗ੍ਹਾ ਦੇ ਵਿੱਚ ਵੱਧ ਘਰ ਬਣ ਜਾਣ, ਬਿਲਡਰ ਵੀ ਕਹਿੰਦਾ ਵੀ ਘੱਟ ਏਰੀਆ ਦੇ ਵਿੱਚ ਜ਼ਿਆਦਾ ਘਰ ਬਣ ਜਾਣ ਕਿ ਸਾਨੂੰ ਪ੍ਰੋਫਿਟ ਵੱਧ ਜਾਵੇ। ਪਰ ਜਦੋਂ ਵੀ ਮੈਂ ਕਹਿੰਦਾ ਮੈਕਸੀਮਮ ਟਾਈਮ ਮੈਂ ਜਾ ਕੇ ਦੇਖਿਆ ਹੈਗਾ, ਜਦੋਂ ਬਿਲਡਰ ਦੇ ਘਰ ਵਿਕਦੇ ਨੇ, ਬਿਲਡਰ ਦੇ ਓਪਨਿੰਗ ਹੁੰਦੀ ਆ, ਸਭ ਤੋਂ ਵੱਧ ਲਾਈਨ ਦੇ ਵਿੱਚ ਅਸੀਂ ਪੰਜਾਬੀ ਖੜੇ ਹੁੰਦੇ ਆ। ਸਾਡੀਆਂ ਹੀ ਪਰਿਵਾਰ ਵੱਡੇ ਨੇ, ਸਾਡੀਆਂ ਫੈਮਿਲੀਜ਼ ਵੱਡੀਆਂ ਨੇ, ਸਾਨੂੰ ਹੀ ਸਭ ਤੋਂ ਵੱਡੀ ਇਹ ਪ੍ਰੋਬਲਮ ਆ ਕਿ ਸਾਡੇ ਡਰਾਈਵੇ ਦੇ ਵਿੱਚ ਇਨਫ ਗੱਡੀਆਂ ਨਹੀਂ ਖੜਦੀਆਂ ਜੀ, ਰਾਈਟ। ਕਿਉਂਕਿ ਜੇ ਸਾਈਡ ਵਾਕ ਆ ਗਿਆ ਤਾਂ 2 ਹੀ ਖੜਨੀਆਂ ਜੀ, ਤੇ ਪਰ ਅਸੀਂ ਹੀ ਸਭ ਤੋਂ ਪਹਿਲਾਂ ਉੱਥੇ ਲਾਈਨ ਦੇ ਵਿੱਚ ਲੱਗੇ ਹੁੰਦੇ ਆ। ਤੇ ਕਿਉਂ ਨਹੀਂ? ਉਸੇ ਕਰਕੇ ਪ੍ਰਾਈਸ ਵੱਧਦੀ ਹੈ, ਕਿਉਂਕਿ ਬਿਲਡਰ ਨੇ ਜਦੋਂ ਡਿਮਾਂਡ ਦੇਖਣੀ ਹੈ ਕਿ ਡਿਮਾਂਡ ਜ਼ਿਆਦਾ ਹੈ, ਸਪਲਾਈ ਘੱਟ ਆ, ਤੇ ਉਹਨੇ ਪ੍ਰਾਈਸ ਵਧਾਉਣੀ।
ਤੇ ਅਸੀਂ ਹੀ ਇਹ ਸਾਰਾ ਕੁਝ ਕਰਕੇ ਤੇ ਅਸੀਂ ਹੀ ਕੰਪਲੇਂਟ ਕਰਦੇ ਹਾਂ। ਫਿਰ ਓਬਵੀਅਸਲੀ ਜਦੋਂ ਇੱਕ ਲਾਈਨ ਦੇ ਵਿੱਚ ਉੱਥੇ 50 ਘਰ ਖੁੱਲੇ ਆ ਤੇ ਉੱਥੇ 200 ਬੰਦਾ ਖੜਾ ਉਹਦੇ ਚੋਂ ਜਿੰਨਾ 50 ਨੇ ਪਹਿਲਿਆਂ ਨੇ ਘਰ ਲੈਣੇ ਉਹ 50 ਪੰਜਾਬੀ ਨੇ, ਤਾਂ ਤੁਹਾਡਾ ਨੇਬਰਹੁੱਡ ਆਟੋਮੈਟਿਕਲੀ ਪੰਜਾਬੀ ਹੀ ਹੋਣਾ। ਤੇ ਜਦੋਂ ਤੁਸੀਂ ਤਾਂ ਰਹਿਣ ਲੱਗ ਜਾਂਦੇ ਹੋ, ਸੌਰੀ ਗੱਲ ਵਿੱਚ ਵਾਲੇ ਆ, ਜਦੋਂ ਤੁਸੀਂ ਤਾਂ ਰਹਿਣ ਲੱਗ ਜਾਂਦੇ ਹੋ ਉਦੋਂ ਕਹਿੰਦੇ ਹੁਣ ਮੈਨੂੰ ਇਹ ਪੰਜਾਬੀ ਤੋਂ ਪ੍ਰੋਬਲਮ ਆ, ਤੇ ਜਿੱਦਣ ਬੁੱਕ ਕਰਾਉਣ ਲਈ ਲਾਈਨ 'ਚ ਖੜੇ ਸੀ ਉਦੋਂ ਪ੍ਰੋਬਲਮ ਨਹੀਂ ਸੀ। ਬਲਜਿੰਦਰ, ਪਿਛਲੇ ਦਿਨਾਂ ਦੇ ਵਿੱਚ ਇੱਕ ਇੱਥੇ ਨਾਰਥ ਵਾਲੀ ਸਾਈਡ ਤੇ ਨਾ, ਨਾਰਥ ਵੈਸਟ ਸਾਈਡ ਤੇ ਵੀ ਕਿਸੇ ਬਿਲਡਰ ਨੇ ਓਪਨ ਕੀਤੇ ਜੀ, ਗੋਰਿਆਂ ਦਾ ਏਰੀਆ ਹੀ ਆ ਉਹ ਸਾਰਾ ਪੁਰਾਣਾ, ਪਰ ਉੱਥੇ ਜਿੰਨੇ ਨਵੇਂ ਘਰ ਸੀ ਉਹ ਸਾਰੇ ਪੰਜਾਬੀ ਲਾਈਨ 'ਚ ਖੜੇ ਸੀ। ਹਾਂਜੀ, ਐਰਨ ਦੇ ਵਿੱਚ, ਐਰਨ ਗਲੈਨ ਨੇਬਰ ਪਤਾ ਉੱਥੇ ਕਾਲਰ ਆਪਾਂ ਨਾਲ ਲਈਏ, ਫਿਰ ਹੋਰ ਗੱਲਾਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਆਇਆਂ ਨੂੰ ਜੀ। ਕੀ ਵਿਚਾਰ ਆ ਤੁਹਾਡੇ? ਟੋਨੀ ਬੋਲਦਾ ਜੀ। ਹਾਂ ਟੋਨੀ ਵੀਰੇ, ਕੀ ਹਾਲ ਚਾਲ ਹੈ ਜੀ? ਤੇ ਵੀਰ ਦਾ ਵੀ ਧੰਨਵਾਦ, ਬਹੁਤ ਵਧੀਆ ਗੱਲਬਾਤ ਹੁੰਦੀ ਹੈ ਇਹਨਾਂ ਦੀ। ਥੈਂਕ ਯੂ, ਸ਼ੁਕਰੀਆ। ਤੇ ਨਾ ਵੀਰੇ, ਉਹ ਆਪਣੇ ਨਾ ਡਰਾਈਵੇ ਨਹੀਂ ਛੋਟੇ ਹੋਏ, ਆਪਾਂ ਨੇ ਨਾ ਗੱਡੀਆਂ ਹੀ ਜ਼ਿਆਦਾ ਲੈ ਕੇ ਲੋਕੀ ਉਹ ਅਡਲਟ ਘਰਾਂ 'ਚ ਜ਼ਿਆਦਾ ਰਹਿਣ ਲੱਗ ਗਏ। ਤੇ ਹੁਣ ਜੇ ਆਪਾਂ 3 ਬੈਡਰੂਮ ਘਰ ਬਣਾਉਂਦੇ ਆ ਜੀ, ਉਹਦਾ ਮਤਲਬ ਇਹ ਹੁੰਦਾ ਵੀ ਇੱਕ ਆਪਣੇ ਪੇਰੈਂਟਸ ਲਈ ਹੋ ਗਈ, 2 ਕਮਰੇ ਰੂਮ ਹੋ ਗਏ ਇਕੱਲੇ ਬੱਚਿਆਂ ਲਈ, ਹਨਾ ਜੀ। ਤੇ ਹੁਣ ਘਰਾਂ ਦੇ ਵਿੱਚ ਆਪਾਂ ਬੇਸਮੈਂਟ ਬਣਾ ਕੇ ਉਹ ਰੈਂਟ ਤੇ ਚੜਾ ਦਿੰਦੇ ਆ। ਵੀ ਕੋਈ ਆਪਣਾ ਰਿਸ਼ਤੇਦਾਰ ਇੰਡੀਆ ਤੋਂ ਆਉਂਦਾ ਜੀ, ਚਲੋ। ਸੋ ਮੈਂ ਅਵਤਾਰ ਹੋਣਾ ਨੂੰ ਕਹੂੰਗਾ ਪਲੀਜ਼ ਤੁਸੀਂ ਦੁਬਾਰਾ ਕਾਲ ਕਰੋ, ਥੋੜੀ ਜੀ ਗੜਬੜ ਆ ਰਹੀ ਸੀ। ਬਲਜਿੰਦਰ, ਬਹੁਤ ਵਧੀਆ ਸਵਾਲ ਆ, ਪਰ ਸਾਡੀ ਕਮਿਊਨਿਟੀ, ਪੰਜਾਬੀ ਕਮਿਊਨਿਟੀ, ਹੋਰ ਮੈਨੂੰ ਬਲਜਿੰਦਰ ਥੋੜਾ ਘੱਟ ਪਤਾ, ਅਸੀਂ ਇਕੱਠੇ ਰਹਿਣਾ ਵੀ ਚੰਗਾ ਸਮਝਦੇ ਹਾਂ, ਸਮਝਦੇ ਹਾਂ, ਪਰ ਕੁਝ ਲੋਕ ਕਹਿੰਦੇ ਆ ਕਿ ਨਹੀਂ, ਸਾਡੀ ਪ੍ਰਾਈਵੇਸੀ, ਮਤਲਬ ਜਿਵੇਂ 2 ਪੇਰੈਂਟਸ ਆ ਗਏ, ਬੱਚੇ ਆ ਗਏ, ਤੇ ਉਸ ਤੋਂ ਬਾਅਦ ਜੀ ਅਗਲੀ ਜਿਹੜੀ ਫੈਮਿਲੀ ਆ ਉਹ ਇੱਕ ਵੱਖਰੀ ਹੋ ਗਈ। ਦੇਖੋ, ਮੈਂ ਆਪਦੇ ਘਰੇ ਰਹਿਣਾ ਜੀ, ਜਿੰਨਾ ਦਿਨ ਮੇਰੇ ਬੱਚੇ ਛੋਟੇ ਸੀਗੇ ਮੈਨੂੰ ਸੈਕੰਡ ਗੱਡੀ ਦੀ ਜਾਂ ਥਰਡ ਗੱਡੀ ਦੀ ਘਰੇ ਲੋੜ ਨਹੀਂ ਸੀ ਜੀ। ਮੇਰੇ ਲਈ ਡਰਾਈਵੇ ਭਲਾ ਇੱਕ ਕਾਰ ਵਾਲਾ ਵੀ ਹੁੰਦਾ ਚੱਲਦਾ। ਮੈਂ ਰਿਹਾ ਛੋਟੇ ਘਰ ਦੇ ਵਿੱਚ, ਮੇਰਾ ਡਰਾਈਵੇ ਦੇ ਵਿੱਚ ਇੱਕੋ ਗੱਡੀ ਖੜਦੀ ਸੀ, ਇੱਕ ਗੱਡੀ ਅੰਦਰ ਖੜਦੀ ਸੀ, ਮੈਨੂੰ ਇਨਾਫ ਸੀਗਾ। ਹੁਣ ਮੇਰੇ ਜਵਾਕ ਵੱਡੇ ਹੋ ਗਏ, ਹੁਣ ਉਹਨਾਂ ਨੂੰ ਗੱਡੀਆਂ ਚਾਹੀਦੀਆਂ ਨੇ ਜੀ, ਤਾਂ ਹੁਣ ਜਾਂ ਤਾਂ ਮੈਨੂੰ ਘਰ ਚੇਂਜ ਕਰਨਾ ਪੈਣਾ, ਤੇ ਜਾਂ ਫਿਰ ਇਹੀ ਆ ਵੀ ਸਾਈਡ ਤੇ ਹੋਰ ਸੀਮੈਂਟ ਪਾਉਣਾ ਪੈਣਾ ਜੀ। ਚਲੋ ਹੁਣ ਜਿੱਥੇ ਮੈਂ ਰਹਿਣਾ ਉੱਥੇ ਇਹ ਪ੍ਰੋਬਲਮ ਨਹੀਂ ਹੈ, ਪਰ ਮੈਕਸੀਮਮ ਲੋਕਾਂ ਦੀ ਮੈਂ ਆਪ ਨੂੰ ਇਸ ਤਰ੍ਹਾਂ ਐਗਜ਼ਾਮਪਲ ਲੈਣਾ ਕਿ ਆਮ ਅਸੀਂ ਇਹ ਸੋਚਦੇ ਹਾਂ ਕਿ ਜਦੋਂ ਘਰ ਦੇ ਵਿੱਚ ਬੱਚੇ ਵੱਡੇ ਹੋਣੇ, ਇਹ ਤਾਂ ਹੈ ਨਹੀਂ ਕਿ ਜਿੱਦਾਂ 18 ਸਾਲ ਦੇ ਹੋ ਗਏ ਅਸੀਂ ਉਹਨਾਂ ਨੂੰ ਕਹਿ ਦੇਣਾ ਵੀ ਓਕੇ ਵੀ ਯੂਰ ਓਨ, ਜਾਓ ਘਰੋਂ ਨਿਕਲੋ, ਰਾਈਟ। ਐਂਡ ਬੱਚਿਆਂ ਨੇ ਗੱਡੀਆਂ ਲੈਣੀਆਂ ਹੀ ਲੈਣੀਆਂ ਨੇ। ਜੇ ਘਰ ਦੇ ਵਿੱਚ ਨਾਲ ਪੇਰੈਂਟਸ ਰਹਿੰਦੇ ਨੇ, ਫਾਦਰ ਸਾਹਿਬ ਕੋਲੇ ਲਾਇਸੈਂਸ ਹੈਗਾ, ਤਾਂ ਓਬਵੀਅਸਲੀ ਉਹ ਵੀ ਕਹਿਣਗੇ ਵੀ ਮੈਂ ਵੀ ਗੱਡੀ ਚਲਾ ਸਕਦਾ, ਚਲੋ ਲੈਓ ਆਪਾਂ। ਹੁਣ ਜਿਹੜਾ ਰੈਂਟ ਤੇ ਦੇਣਾ ਹੈਗਾ ਵਾ, ਉਹ ਉੱਥੇ ਹੀ ਗੱਲ ਆ ਜਾਂਦੀ ਹੈ, ਜਦੋਂ ਰੈਂਟ ਦੇ ਉੱਤੇ ਯੂਨਿਟ ਕੋਈ ਕਰਨੀ ਹੈਗੀ ਹੈ, ਤੇ ਫਿਰ ਅਸੀਂ ਉਹ ਸਾਈਡ ਤੇ ਸੀਮੈਂਟ ਪਾ ਕੇ ਕਹਿੰਦੇ ਓਕੇ ਵੀ ਇੱਥੇ ਵੀ ਹੁਣ ਗੱਡੀ ਖੜ੍ਹ ਜਾਵੇ, ਨਾਲ ਮਾੜਾ ਮੋਟਾ ਐਕਸਟੈਂਡ ਕਰ ਲਈਏ ਡਰਾਈਵੇ ਨੂੰ। ਇੱਕ ਤਾਂ ਸਿਟੀ ਅਲਾਉ ਨਹੀਂ ਕਰਦੀ ਹੁਣ ਰੀਸੈਂਟਲੀ ਇਹਨਾਂ ਚੀਜ਼ਾਂ ਨੂੰ, ਪਰਮਿਟ ਨਾਲ ਕਰਨਾ ਪੈਂਦਾ। ਦੂਸਰੇ ਪਾਸੇ ਫਿਰ ਓਬਵੀਅਸਲੀ ਤੁਹਾਡਾ ਡਰਾਈਵੇ ਕੰਜਸਟਡ ਹੋ ਗਿਆ। ਪਰ ਇਹ ਪ੍ਰੋਬਲਮ ਜ਼ਿਆਦਾਤਰ ਜਿਹੜੀ ਨਵੇਂ ਘਰਾਂ ਦੇ ਵਿੱਚ ਹੀ ਆਉਂਦੀ ਆ। ਜਿਹੜੇ ਪੁਰਾਣੇ ਘਰ ਉਹਨਾਂ ਦੇ ਡਰਾਈਵੇ ਆਲਰੇਡੀ ਵੱਡੇ ਆ, ਆਲਰੇਡੀ ਇੰਨੇ ਕੁ ਹੁੰਦੇ ਨੇ ਕਿ ਤੁਹਾਡੀਆਂ ਉੱਥੇ 4 ਗੱਡੀਆਂ ਖੜ੍ਹਨੀਆਂ ਬੜੀਆਂ ਨਾਰਮਲ ਨੇ। ਪਲੱਸ ਜਿਹੜੀਆਂ ਰੋਡ ਵੀ ਚੌੜੀਆਂ ਹੁੰਦੀਆਂ ਸੀਗੀਆਂ, ਪੁਰਾਣੀ ਰੋਡ ਦੇ ਜਿਹੜੇ ਰੂਲਸ ਹੁੰਦੇ ਸੀ ਨਾ ਕਿਸੇ ਵੀ ਸਿਟੀ ਦੇ, ਉਹ ਹੁੰਦੇ ਸੀ ਕਿ ਤੁਹਾਡੇ ਦੋਨੋਂ ਸਾਈਡ ਦੇ ਉੱਤੇ 2 ਗੱਡੀਆਂ ਖੜੀਆਂ ਹੋਣ, ਇੱਧਰਲੇ ਨੇਬਰ ਦੀ ਵੀ ਇੱਧਰਲੇ ਨੇਬਰ ਦੀ ਵੀ, ਵਿਚਾਲੇ ਇੰਨੀ ਕੁ ਸਪੇਸ ਚਾਹੀਦੀ ਹੈ ਕਿ ਉੱਥੋਂ ਦੀ ਫਾਇਰ ਟਰੱਕ ਲੰਘ ਸਕਦਾ ਹੋਵੇ ਐਮਰਜੈਂਸੀ ਦੇ ਲਈ। ਤੁਹਾਨੂੰ ਤਾਂ ਗੱਡੀ ਲੰਘਦੀ। ਤੇ ਹੁਣ ਇਹ ਹਾਲਾਤ ਨੇ, ਹੁਣ ਇਸੇ ਕਰਕੇ ਸਾਰੇ ਸਿਟੀਜ਼ ਦੇ ਵਿੱਚ ਕੀ ਆ ਕਿ ਉਹ 1 ਸਾਈਡ ਪਾਰਕਿੰਗ ਕਰਨੀ ਸ਼ੁਰੂ ਕਰਤੀ ਆ, ਕਿਉਂਕਿ ਰੋਡ ਸ਼ਰਿੰਕ ਹੋ ਗਏ ਨੇ, ਦੋਨੋਂ ਪਾਸੇ ਗੱਡੀਆਂ ਖੜੀਆਂ ਹੁਣ ਤਾਂ ਵਿਚਾਲ ਦੀ ਕਾਰ ਨਹੀਂ ਲੰਘਦੀ, ਫਾਇਰ ਟਰੱਕ ਤਾਂ ਬਹੁਤ ਵੱਡੀ ਗੱਲ ਆ। ਸੋ ਹੁਣ ਉਹਨਾਂ ਨੇ ਰੂਲ ਇਹ ਬਣਾਤਾ ਵੀ ਓਕੇ ਹੁਣ ਬਿਲਡਰ ਨੂੰ ਬੈਨੀਫਿਟ ਦੇਣਾ, ਐਬਵੀਅਸਲੀ ਪਿੱਛੇ ਅੰਦਰ ਸਾਰੇ ਰਲੇ ਹੋਏ ਨੇ, ਤੇ ਰੋਡ ਸ਼ਰਿੰਕ ਹੋ ਗਈ ਹੈ। ਜਿੱਥੇ ਰੋਡ ਅੱਗੇ 2500 ਫੁੱਟ ਹੁੰਦੀ ਸੀਗੀ, ਉੱਥੇ ਰੋਡ ਘੱਟ ਕੇ 18 ਫੁੱਟ ਹੋ ਗਈ ਹੈ, ਰਾਈਟ। ਫਰਕ ਪੈ ਗਿਆ ਇਸ ਚੀਜ਼ ਦਾ। ਜਦੋਂ ਇਹ ਚੀਜ਼ਾਂ ਹੋ ਗਈਆਂ ਨੇ, ਉਹਦੇ ਨਾਲ ਹੁਣ ਬਿਲਡਰ ਨੂੰ ਤਾਂ ਬੈਨੀਫਿਟ ਹੋ ਗਿਆ, ਉਹਨੇ ਘਰ ਬਣਾ ਕੇ ਤੁਹਾਨੂੰ ਵੇਚਦੇ, ਤੁਸੀਂ ਲਾਈਨਾਂ 'ਚ ਲੱਗ ਕੇ ਲੈ ਲਏ, ਨਾਓ ਹੀ ਇਜ਼ ਗੋਨ। ਉਹ ਨਹੀਂ ਕੇਅਰ ਕਰਦੇ। ਸਿਟੀ ਨਾਲ ਤੁਸੀਂ ਪੰਗੇ ਲੈਂਦੇ, ਸਿਟੀ ਵਾਲੇ ਤੁਹਾਡੇ ਟਿਕਟ ਲਾ ਜਾਂਦੇ ਨੇ, ਕਦੇ ਤੁਹਾਡੇ ਪਾਰਕਿੰਗ ਟਿਕਟ ਲੱਗ ਗਈ, ਕਦੇ ਕੁਛ ਲੱਗ ਗਿਆ, ਕਦੇ ਤੁਹਾਡਾ ਡਰਾਈਵ ਸਾਈਡ ਵਾਕ ਦੇ ਉੱਤੇ ਮਾੜਾ ਜਿਹਾ ਬੰਪਰ ਐਕਸਟਰਾ ਹੋ ਗਿਆ ਤਾਂ ਟਿਕਟ ਲੱਗ ਗਈ। ਸੋ ਹੁਣ ਸਫ਼ਰ ਕਰਦੇ ਹੋ ਤੁਸੀਂ, ਜਦੋਂ ਉੱਥੇ ਹੁੰਦਾ ਕਿ ਹੁਣ ਮੇਰੇ ਘਰ ਦੇ ਵਿੱਚ ਗੱਡੀਆਂ ਦੀ ਪੂਰੀਆਂ ਪੈ ਰਹੀਆਂ ਹੈਗੀਆਂ, ਤੇ ਹੁਣ ਮੈਂ ਉਹ ਘਰ ਵੇਚਣਾ ਵਾ, ਹੁਣ ਮੈਨੂੰ ਪ੍ਰੋਫਿਟ ਵੀ ਮੈਕਸੀਮਮ ਚਾਹੀਦਾ ਇੱਥੋਂ, ਰਾਈਟ। ਹੁਣ ਪ੍ਰੋਫਿਟ ਕੱਢ ਕੇ ਤੇ ਮੈਂ ਕਹਾਂ ਕਿਤੇ ਹੋਰ ਜਾਵਾਂ। ਅਸੀਂ ਇਸ ਚੀਜ਼ ਤਾਂ ਪੈ ਗਏ ਹਾਂ, ਅਸੀਂ ਰੇਸ ਦੇ ਵਿੱਚ, ਪ੍ਰੋਫਿਟ ਵਾਲੀ ਦੇ ਵਿੱਚ, ਪਰ ਅਸੀਂ ਇੱਕ ਵਧੀਆ ਲਾਈਫ ਜਿਹੜੀ ਲਾਈਫ ਸਟਾਈਲ ਆ ਨਾ, ਉਹਨੂੰ ਜਿਉਣ ਦੇ ਆਦੀ ਨਹੀਂ ਹੋਏ ਹਜੇ ਤੱਕ। ਕਿ ਵਧੀਆ ਲਾਈਫ ਸਟਾਈਲ ਨੂੰ ਜਿਉਣ ਦੇ ਲਈ, ਜੇ ਸ਼ਾਂਤੀਪੂਰਵਕ ਰਹਿਣ ਦੇ ਲਈ, ਸਾਨੂੰ ਕਿਹੜੀਆਂ ਚੀਜ਼ਾਂ ਦਾ ਅਪ ਫਰੰਟ ਧਿਆਨ ਰੱਖਣ ਦੀ ਲੋੜ ਆ। ਅਸੀਂ ਉਧਰ ਵੱਲ ਨੂੰ ਨਹੀਂ ਜਾਂਦੇ। ਗੱਲ ਆਪਾਂ ਸ਼ੁਰੂ ਜਿੱਥੋਂ ਕੀਤੀ ਸੀ ਕਿ ਪੰਜਾਬੀ ਕਮਿਊਨਿਟੀ ਦੇ, ਇਹਦੇ ਵਿੱਚ ਤੁਸੀਂ ਜਦੋਂ ਵੀ ਦੇਖੋਗੇ ਪ੍ਰੋਬਲਮ ਕਿਉਂ ਆਉਂਦੀ ਹੈਗੀ ਹੈ ਕਿ ਮੇਰਾ ਜੇ ਗੁਆਂਢੀ ਪੰਜਾਬੀ ਹੈ,
ਓਬਵੀਅਸਲੀ ਹੈ, ਜੇ ਨਵੇਂ ਏਰੀਏ ਦੇ ਵਿੱਚ ਆ ਹੁਣ ਉੱਥੇ ਸਾਈਡ 2 ਘਰਾਂ ਦੇ ਡਰਾਈਵੇ ਜਿਹੜੇ ਆ ਅਲੱਗ-ਅਲੱਗ ਆ, ਉਹਨਾਂ ਦੇ ਵਿਚਾਲੇ। ਇੱਕ ਮਿੰਟ ਖੜੀ ਮੇਰਾ ਵੀਰ, ਇੱਕ ਮਿੰਟ ਖੜਿਓ। ਜਦੋਂ ਆਪਾਂ ਕਹਿੰਦੇ ਨਾ ਇੱਕ ਪੁਆਇੰਟ ਲਓ ਕਿ ਕਿਉਂ, ਜੀ ਮੈਨੂੰ ਕਾਰਨ ਲਿਖਾਓ ਪਹਿਲਾਂ, 5 7 8 ਜਿੰਨੇ ਕਾਰਨ ਲਿਖਾ ਸਕਦੇ ਆ ਵੀ ਉਹਦਾ ਰੀਜ਼ਨ ਕੀ ਆ। ਜਿਵੇਂ ਬਾਈ ਟੋਨੀ ਹੁਣਾਂ ਨੇ ਕਿਹਾ ਸੀਗਾ ਕਿ ਬੇਸਮੈਂਟ ਵੀ ਰੈਂਟ ਤੇ ਦੇਣੀ ਆ, ਘਰਾਂ ਦੇ ਰੇਟ ਵਰਗੇ। ਤੁਸੀਂ ਮੈਨੂੰ ਦੱਸੋ ਕਿੰਨੇ ਪੁਆਇੰਟ ਤੁਹਾਨੂੰ ਲੱਗਦੇ ਆ ਕਿ ਉਹ ਕਾਰਨ ਕਿਉਂ ਕਹਿਣਾ ਪੈ ਰਿਹਾ ਕਿ ਸਾਡਾ ਗਵਾਂਢੀ ਪੰਜਾਬੀ ਨਾ ਹੋਵੇ? ਸਭ ਤੋਂ ਵੱਡੀ ਗੱਲ ਆ ਸਾਡੇ ਪੰਜਾਬੀ ਕਮਿਊਨਿਟੀ ਨੂੰ ਆਦਤ ਆ ਸਨੀਕ ਆਊਟ ਕਰਨ ਦੀ, ਇੱਕ ਦੂਜੇ ਨੂੰ ਓਕੇ ਝਾਤ ਮਾਰਨ ਦੀ, ਕਿ ਮੇਰਾ ਗਵਾਂਢੀ ਪੰਜਾਬੀ ਆ, ਉਹਦੇ ਡਰਾਈਵ ਵਿੱਚ ਗੱਡੀ ਕਿਹਦੀ ਆਈ ਆ, ਉਹ ਕੌਣ ਆਇਆ, ਉਹ ਕਿੰਨੀ ਵਾਰੀ ਆਉਂਦਾ, ਹਫ਼ਤੇ 'ਚ ਕਿੰਨੀ ਵਾਰੀ ਆਉਂਦਾ ਜਾਂਦਾ, ਦਿਨ 'ਚ ਕਿੰਨੀ ਵਾਰੀ ਆਉਂਦੇ ਨੇ। ਤੇ ਦੂਸਰਾ ਆ ਜਾਂਦਾ ਹੈਗਾ ਕਿ ਇਹਨਾਂ ਦੇ ਫਿਰ ਲੇਡੀਜ਼ ਇਸ ਹਿਸਾਬ ਨਾਲ ਸੰਪਰਕ ਕਰਦੀਆਂ ਵੀ ਇਹਨਾਂ ਦੇ ਬਣਿਆ ਕੀ ਆ। ਅਸੀਂ ਇੱਕ ਦੂਜੇ ਦੇ ਨੇੜੇ ਬਹੁਤ ਛੇਤੀ ਹੁੰਨੇ ਆ, ਤੇ ਉਸ ਤੋਂ ਬਾਅਦ ਅਸੀਂ ਫਿਰ ਦੀਵਾਰ ਵੀ ਆਪਣੀ ਇੱਕਦਮ। ਹੁਣ ਸਭ ਤੋਂ ਵੱਡੀ ਜਿਹੜੀ ਤੁਹਾਨੂੰ ਮੈਂ ਇੱਕ ਫਨੀ ਇੰਸੀਡੈਂਟ ਆ, ਤੇ ਇਹਨੂੰ ਜੇ ਸੀਰੀਅਸਲੀ ਲਿਆ ਜਾਵੇ ਉਹ ਵੀ ਦੱਸ ਦਿੰਦਾ। ਮੇਰਾ ਗਵਾਂਢੀ ਪੰਜਾਬੀ ਸੀ ਜੀ ਪਹਿਲਾਂ ਘਰ ਦੇ ਵਿੱਚ। ਮੇਰੇ ਕੋਲੇ ਸਨੋ ਬਲੋਅਰ ਸੀਗਾ। ਓਕੇ, ਮੈਂ ਵਿੰਟਰ ਦੇ ਵਿੱਚ ਕੀ ਕਰਨਾ ਕਿ ਚਲੋ ਮੈਂ ਮੇਰੇ ਸਾਈਡ ਵਾਕ ਸੀ, ਜਦੋਂ ਮੈਂ ਆਪਦਾ ਸਨੋ ਕਰਨਾ ਸਾਫ਼, ਤੇ ਮੈਂ ਤਕਰੀਬਨ ਉਹਨਾਂ ਦੇ ਡਰਾਈਵੇ ਤੱਕ ਕਰ ਦੇਣੀ ਆ ਸਾਫ਼। ਪੂਰਾ ਸਾਲ 4-5 ਵਾਰੀ ਸਨੋ ਪਈ ਤੇ ਮੈਂ ਕੀਤੀ। ਅਗਲੇ ਮੂਹਰੇ ਆ ਗਈ ਸਮਰ ਦੇ ਵਿੱਚ ਕੀ ਹੋਇਆ ਕਿ ਮੈਂ ਆਪਦਾ, ਮੇਰਾ ਯਾਰਡ ਫਰੰਟ ਵਾਲਾ ਵੱਡਾ ਸੀ, ਉਹਨਾਂ ਦਾ ਥੋੜਾ ਸੀਗਾ। ਮੈਂ ਆਪਦਾ ਯਾਰਡ ਕੱਟਣ ਲੱਗਾ, ਮੈਂ ਚਲੋ ਉੱਧਰ ਵੀ ਮਸ਼ੀਨ ਫੇਰ ਦੇਣੀ ਵੀ ਚੱਲ ਓਕੇ ਆ, ਕੋਈ ਗੱਲ ਨਹੀਂ ਕੱਟ ਦਿੰਨੇ ਆ। ਮੈਂ ਚਲਾ ਗਿਆ ਵਕੇਸ਼ਨ ਦੇ ਉੱਤੇ 15 ਦਿਨ ਲਈ, ਤੇ ਬੱਚੇ ਛੋਟੇ ਸੀਗੇ ਤੇ 15 ਦਿਨ ਘਾਹ ਨਹੀਂ ਕੱਟਿਆ ਸੀ। ਉਹਦਾ ਬਣ ਗਿਆ ਹੁਣ ਉੱਥੇ ਜੰਗਲ। ਹੁਣ 15 ਦਿਨ ਦੇ ਵਿੱਚ ਮੇਰਾ ਘਾਹ ਨਹੀਂ ਕੱਟਿਆ, ਪਰ ਜਿਹੜਾ ਮੇਰਾ ਗਵਾਂਢੀ ਸੀ ਉਹਦਾ ਘਾਹ ਕੱਟਿਆ ਜਾਂਦਾ ਸੀਗਾ ਹਰੇਕ ਹਫ਼ਤੇ, 2 ਵਾਰੀ 3 ਵਾਰੀ ਕੱਟਦਾ ਉਹਨਾਂ ਨੇ ਐਨ ਪੂਰੀ ਲਾਈਨ ਲਾ ਕੇ ਆਪਦੀ ਜਿੱਥੇ ਬਣਦੀ ਸੀ ਉੱਥੋਂ ਤੱਕ ਆਪਦਾ ਘਾਹ ਕੱਟਿਆ, ਪਰ ਜਿਹੜਾ ਮੇਰੇ ਵਾਲਾ ਘਾਹ ਸੀ ਉਹਨੇ ਕੱਟਿਆ। ਹੁਣ ਵੀ ਮੈਂ ਤੇ ਤਕਰੀਬਨ ਆਲਮੋਸਟ 4 ਮਹੀਨੇ ਵੀਕ ਦੇ ਵਿੱਚ 2 ਵਾਰੀ ਉਹਨਾਂ ਦਾ ਘਾਹ ਕੱਟਦਾ, ਤੇ ਉਹਨਾਂ ਨੇ 2 ਵੀਕ ਦੇ ਵਿੱਚ 2 ਵਾਰੀ ਮੇਰਾ ਘਾਹ ਨਹੀਂ ਕੱਟਿਆ। ਹੁਣ ਇੱਥੋਂ ਮੈਂ ਕੀ ਸਮਝਾਂ? ਹੁਣ ਮੈਂ ਕਨਫਰੰਟ ਕਰਾਂ ਜਾ ਕੇ ਕਿ ਵੀ ਯਾਰ ਮੈਂ ਤਾਂ ਤੁਹਾਡਾ ਘਾਹ ਕੱਟਦਾ, ਤੁਸੀਂ ਮੇਰਾ ਨਹੀਂ ਕੱਟਿਆ, ਕੀ ਗੱਲ ਹੋ ਗਈ? ਹਜੇ ਆਪਾਂ ਗਵਾਂਢੀ ਆ। ਹੋਲਡ ਕਰਿਓ, ਟੋਨੀ ਹੁਣੀ ਦੁਬਾਰਾ ਆਇਆ। ਟੋਨੀ ਬਾਈ ਜੀ ਅਗੇਨ ਜੀ ਆਇਆਂ ਨੂੰ ਜੀ। ਹਾਂਜੀ ਸੌਰੀ ਜੀ ਦਾ ਫੋਨ ਦੇ ਵਿੱਚ ਡਿਸਟਰਬੈਂਸ। ਬਿਲਕੁਲ ਵੀਰ ਜੀ, ਜੀ ਆ ਜਾਓ ਹੁਣ ਦੁਬਾਰਾ। ਤੇ ਬਹੁਤ ਵਧੀਆ ਵੀਰ ਮੇਰਾ ਗੱਲਬਾਤ ਕਰਦੇ ਆ ਤੇ ਅਵੇਅਰਨੈਸ ਹੋਣੀ ਚਾਹੀਦੀ ਆ। ਤੇ ਜਿਹੜੇ ਹੁਣ ਆਪਣੇ ਡਰਾਈਵੇ ਦੀ ਇਸ਼ੂਜ਼ ਆ ਰਹੇ ਨੇ, ਉਹਦੇ ਵਿੱਚ ਨਾ ਬਹੁਤ ਚੀਜ਼ਾਂ ਇਨਵੋਲਵ ਹੈ, ਸਿਟੀ ਵੀ ਇਨਵੋਲਵ ਹੈ, ਬਿਲਡਰ ਵੀ ਇਨਵੋਲਵ ਹੈ, ਤੇ ਕੁਝ ਅਸੀਂ ਆਪ ਵੀ ਇਨਵੋਲਵ ਹੈ ਜੀ। ਇੱਕ ਤਾਂ ਨਾ ਸਾਨੂੰ ਆਦਤ ਆ, ਅਸੀਂ ਓਵਰ ਸਾਈਜ਼ ਗੱਡੀਆਂ ਬਹੁਤ ਲੰਮੀਆਂ। ਹੁਣ ਮੇਰੇ ਵਰਗਾ ਬੰਦਾ ਕੰਮ ਤਾਂ ਕਰਦਾ ਹੁੰਦਾ ਫੈਕਟਰੀ 'ਚ, ਜਾਂ ਉਹਨੇ ਟਰੱਕ ਤੇ ਯਾਰਡ ਤੱਕ ਜਾਣਾ ਹੁੰਦਾ, ਉਹਨੇ ਟਿੱਕਾ ਲਿਆ ਹੁੰਦਾ 8-9 ਫੁੱਟ ਦਾ, 10 ਫੁੱਟ ਦਾ ਜੀ, ਹੈਨਾ। ਤੇ ਤੁਹਾਡੇ ਕੋਲ ਪਾਰਕਿੰਗਾਂ ਹੁੰਦੀਆਂ 2, ਫਿਰ ਤੁਸੀਂ ਆਲੇ ਦੁਆਲੇ ਗਵਾਂਢੀਆਂ ਦੇ ਖੜਾਈ ਜਾਂਦੇ ਹੋ, ਕਦੇ ਅਗਲੇ ਦੀ ਘਾਹ ਤੇ ਚਾੜਤਾ, ਕਦੇ ਉਹ ਕਰਤਾ, ਕਦੇ ਰੋਡ ਤੇ ਖੜਾਤਾ, ਹਨਾ। ਤੇ ਸਾਨੂੰ ਉਸੇ ਆਪਣੇ ਲੋੜ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਕਰਨਾ ਚਾਹੀਦਾ। ਜੇ ਸਾਡਾ ਕੋਈ ਕੰਮਕਾਰ ਏਦਾਂ ਦਾ ਵੀ ਅਸੀਂ ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ, ਚਲੋ ਵੱਡੀ ਗੱਡੀ ਲੈ ਲਓ, ਹਨਾ, ਵੈਨ ਲੈ ਲਓ, ਹਨਾ, ਤੇ ਪਿਕਅਪ ਟਰੱਕ ਲੈ ਲਓ। ਬਾਈ ਜੇ ਹੁਣ ਸਾਡਾ ਕੰਮ ਹੈ ਨਹੀਂ ਗਾ ਉੱਦਾਂ, ਤੇ ਅਸੀਂ ਚੀਜ਼ਾਂ ਵੀ ਉੱਦਾਂ ਦੀਆਂ ਬੇਲੋੜੀਆਂ ਲਈ ਜਾਣੀਆਂ, ਉਹਦੇ ਨਾਲ ਫਿਰ ਅਸੀਂ ਕਸੂਰ ਬਿਲਡਰ ਦਾ ਜਾਂ ਸਿਟੀ ਦਾ ਨਹੀਂ ਕੱਢ ਸਕਦੇ ਗੇ। ਹੁਣ ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਜੀ। ਆਪਣਾ ਹੁਣ 3 ਬੈਡਰੂਮ ਜਿਹੜਾ ਘਰ ਬਣਾਉਂਦੇ ਨੇ ਜੀ, ਉਹਦੇ ਵਿੱਚ 1 ਰੂਮ ਹੁੰਦਾ ਪੇਰੈਂਟਸ ਦਾ ਤੇ 2 ਬੱਚਿਆਂ ਦਾ ਹੁੰਦਾ, ਹਨਾ ਜੀ, ਵੀ ਇਕੱਲੇ ਬੱਚੇ ਜਦ ਵੱਡੇ ਹੋ ਜਾਂਦੇ ਆ ਉਹਨਾਂ ਲਈ ਹੁੰਦਾ। ਤੇ ਹੁਣ ਆਪਾਂ ਨੇ ਬੇਸਮੈਂਟ ਰੈਂਟ ਤੇ ਚੜਾਤੀ, ਉਹਦੇ ਲਈ ਵੀ ਸਾਨੂੰ ਪਾਰਕਿੰਗ ਚਾਹੀਦੀ ਆ ਜੀ। ਫਿਰ ਇਹ ਹੁੰਦਾ ਵੀ ਜੇ ਸਾਡਾ ਕੋਈ ਇੰਡੀਆ ਤੋਂ ਜਾਂ ਹੋਰ ਕੋਈ ਆ ਗਿਆ, ਉਹਨੂੰ ਵੀ ਘਰੇ ਰੱਖ ਲਓ ਜੀ, ਹਨਾ, ਫਿਰ ਉਹਦੀ ਵੀ ਗੱਡੀ ਵਿੱਚ ਖੜ ਜਾਣੀ ਹੈ। ਤੇ ਸਾਨੂੰ ਵੀ ਆਪਣੀ ਹੈਬਿਟ ਚੇਂਜ ਕਰਕੇ ਨਾ, ਐਜ਼ ਏ ਗੁੱਡ ਸਿਟੀਜ਼ਨ, ਐਜ਼ ਏ ਨਾਰਥ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਰਹਿਣਾ ਚਾਹੀਦਾ। ਸਾਡੀਆਂ ਵੀ ਆਦਤਾਂ ਉਹੀ ਨੇ ਪਿੰਡਾਂ ਵਾਲੀਆਂ, ਵੀ ਜਿੱਥੇ ਦੇਖਿਆ ਸਾਈਕਲ ਸਿੱਟਤਾ, ਜਿੱਥੇ ਦੇਖਿਆ ਆਪਣਾ ਡੰਗਰ ਬੰਨਤਾ, ਵੀ ਦੂਏ ਬੰਦੇ ਦੀ ਕੇਅਰ ਹੀ ਨਹੀਂ ਕਰਨੀ ਜੀ, ਠੀਕ ਹੈ ਕਿ ਨਹੀਂ, ਅਗਲੇ ਦੇ ਘਾਹ ਮਿੱਧੇ ਕਰੀ ਜਾਓ, ਅਗਲੇ ਦਾ ਨੁਕਸਾਨ ਕਰਦਾ ਕਰੀ ਜਾਓ। ਥੋੜਾ ਜਿਹਾ ਸਾਨੂੰ ਵੀ ਆਪਣੇ ਜਿੰਨੀ ਕਿ ਸਾਡੇ ਘਰ 'ਚ ਸਪੇਸ ਹੈ ਉਸ ਹਿਸਾਬ ਨਾਲ ਬੰਦੇ ਰੱਖਣੇ ਚਾਹੀਦੇ ਨੇ ਜੀ। ਤੇ ਮੇਰਾ ਤਾਂ ਥੈਂਕ ਯੂ ਟੋਨੀ ਵੀਰ, ਬਹੁਤ ਧੰਨਵਾਦ। ਸ਼ੁਕਰੀਆ ਕਰਨ ਲਈ ਲੋਕਾਂ ਨੂੰ, ਸ਼ੁਕਰੀਆ, ਬਹੁਤ ਸ਼ੁਕਰੀਆ ਵੀਰ, ਸ਼ੁਕਰੀਆ। ਬਲਜਿੰਦਰ, ਮੈਂ ਨਾ ਜਦੋਂ ਤੁਹਾਨੂੰ ਪੁਆਇੰਟ ਕਿਹਾ ਸੀਗਾ ਤੇ ਸਮਾਂ 9:24 ਹੋ ਗਿਆ ਜੀ, ਠੀਕ ਹੈ। ਇਹ ਤੇ ਨਾ ਬਲਜਿੰਦਰ ਆਪਾਂ ਅਗਲੇ ਦਿਨਾਂ 'ਚ ਇੱਕ ਸ਼ੁਰੂ ਦੇ ਵਿੱਚ ਪੁਆਇੰਟ ਲਵਾਂਗੇ, ਜਿਵੇਂ ਟੋਨੀ ਬਾਈ ਨੇ ਕਿਹਾ ਕਿੰਨੇ ਪੁਆਇੰਟ ਆ, ਬਿਲਕੁਲ ਕਿਉਂ, ਠੀਕ ਹੈ। ਪਰ ਕੀ ਅਸੀਂ ਉਹਨਾਂ ਨੂੰ ਪੁਆਇੰਟ ਨੂੰ ਹਟਾਉਣਾ, ਜਾਂ ਅਸੀਂ ਇਹੀ ਕਹਿਣਾ ਕਿ ਯਾਰ ਸਾਡਾ ਗਵਾਂਢੀ ਮਤਲਬ ਪੰਜਾਬੀ ਨਾ ਹੋਵੇ, ਠੀਕ ਹੈ। ਸੋ ਅਖੀਰ ਦੇ ਵਿੱਚ ਮੇਰਾ ਵੀਰ ਨਾ ਰੈਪ ਅਪ ਕਰਦੀ ਆਪਾਂ 2 ਮਿੰਟ ਦੇ ਵਿੱਚ, ਕਿਉਂਕਿ ਇਹਨੂੰ ਮਤਲਬ ਇਦਾਂ ਓਪਨ ਨਾ ਛੱਡ ਕੇ ਚੱਲੀਏ, ਠੀਕ ਹੈ। ਅਗਲੇ ਵੀਕ ਫਿਰ ਆਪਾਂ ਗੱਲ ਕਰ ਲਾਂਗੇ ਜੀ। ਬਿਲਕੁਲ ਜੀ। ਸਭ ਤੋਂ ਵੱਡੀ ਗੱਲ ਇਹ ਆ ਵੀ ਕਿਸੇ ਵੀ ਪ੍ਰੋਬਲਮ ਤੋਂ ਐਸਕੇਪ ਕਰ ਜਾਣਾ,
ਜੀ ਉਹਦਾ ਹੱਲ ਨਹੀਂ ਆ। ਉਹਦੇ ਵਿੱਚ ਪਰਸਨਲ ਯੋਗਦਾਨ ਅਸੀਂ ਕੀ ਪਾ ਸਕਦੇ ਆ, ਉਹਦੇ ਨਾਲ ਹੱਲ ਨਿਕਲਣਾ ਜੀ। ਜਦੋਂ ਵੀ ਕੋਈ ਇਹੋ ਜਿਹੀ ਪ੍ਰੋਬਲਮ ਹੈਗੀ ਹੈ ਕਿ ਜੇ ਮੇਰਾ ਕਿਸੇ ਕਿਉਂ ਸਾਨੂੰ ਪੰਜਾਬੀਆਂ ਨੂੰ ਹੀ ਇਹ ਪ੍ਰੋਬਲਮ ਕਿਉਂ ਆ ਕਿ ਮੇਰਾ ਗਵਾਂਢੀ ਪੰਜਾਬੀ ਨਾ ਹੋਵੇ, ਹੋਰ ਕਿਸੇ ਕਮਿਊਨਿਟੀ ਨੂੰ ਤੁਸੀਂ ਆਪਦੇ ਗਵਾਂਢ ਦੇ ਵਿੱਚ ਪੁੱਛ ਲਿਓ, ਤੁਹਾਡੇ ਗਵਾਂਢ ਦੇ ਵਿੱਚ ਕੋਈ ਚੀਨਾ ਰਹਿੰਦਾ ਹੋਊ, ਗੋਰਾ ਰਹਿੰਦਾ ਹੋਊ, ਬਲੈਕ ਕਮਿਊਨਿਟੀ ਤੋਂ ਰਹਿੰਦਾ ਹੋਊ, ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਨੇ ਕਦੇ ਇਹ ਗੱਲ ਕਹੀ ਹੈ ਜਾਂ ਉਹ ਚਾਹੁੰਦੇ ਨੇ ਵੀ ਉਹ ਆਪਦੇ ਆਂਢ ਗੁਆਂਢ ਦੇ ਵਿੱਚ ਉਹਨਾਂ ਦੀ ਕਮਿਊਨਿਟੀ ਦਾ ਬੰਦਾ ਹੋਵੇ ਜਾਂ ਨਾ ਹੋਵੇ। ਐਜ਼ ਏ ਫਰੈਂਡਲੀ ਕਨਵਰਸੇਸ਼ਨ ਹੀ ਕਰਕੇ ਦੇਖ ਲਿਓ, ਸਾਨੂੰ ਆਟੋਮੈਟਿਕਲੀ ਪਤਾ ਲੱਗਣਾ ਵੀ ਸਾਡੇ 'ਚ ਹੀ ਕਸੂਰ ਆ ਪੰਜਾਬੀਆਂ ਦੇ ਵਿੱਚ। ਐਂਡ ਇਹ ਅੱਛਾ ਹੋਰ ਇਹ ਤੋਂ ਵੱਡਾ ਫੈਕਟ ਹੈ, ਹਿੰਦੂ ਕਮਿਊਨਿਟੀ ਦੇ ਲੋਕਾਂ ਨਾਲ ਵੀ ਮੈਂ ਡੀਲ ਕੀਤੀ ਹੈ ਜੀ। ਅੱਜ ਤੱਕ ਇੱਕ ਵੀ ਕਲਾਇੰਟ ਨੇ ਨਹੀਂ ਕਿਹਾ ਮੇਰਾ ਗਵਾਂਢੀ ਹਿੰਦੂ ਨਾ ਹੋਵੇ, ਇੱਕ ਵੀ ਮੁਸਲਮਾਨ ਨੇ ਨਹੀਂ ਕਿਹਾ ਕਿ ਮੇਰਾ ਗਵਾਂਢੀ ਮੁਸਲਮਾਨ ਨਾ ਹੋਵੇ। ਸਿਰਫ ਤੇ ਸਿਰਫ ਅਸੀਂ ਪੰਜਾਬੀ ਹੀ ਇਹ ਗੱਲ ਕਹਿੰਦੇ ਆ ਕਿ ਮੇਰਾ ਗਵਾਂਢੀ ਪੰਜਾਬੀ ਨਾ ਹੋਵੇ। ਪ੍ਰੋਬਲਮ ਕਿੱਥੇ ਆ? ਜੇ ਮੇਰੇ ਦਿਮਾਗ ਦੇ ਵਿੱਚ ਇਹ ਆ ਨਾ ਕਿ ਮੇਰਾ ਗਵਾਂਢੀ ਪੰਜਾਬੀ ਨਾ ਹੋਵੇ, ਇਹਦਾ ਮਤਲਬ ਕਿਤੇ ਨਾ ਕਿਤੇ ਕਸੂਰ ਮੇਰੇ 'ਚ ਆ। ਗਵਾਂਢੀ ਦਾ ਬਾਅਦ 'ਚ ਆਉਂਦਾ, ਜਿੰਨਾ ਚਿਰ ਮੈਂ ਵਰਤੂੰਗਾ ਨਹੀਂ ਉਹਨਾਂ ਚਿਰ ਨਹੀਂ ਮੈਨੂੰ ਪਤਾ ਲੱਗਣਾ, ਪਰ ਇਹਦਾ ਮਤਲਬ ਮੇਰੇ 'ਚ ਪ੍ਰੋਬਲਮ ਆ। ਪਹਿਲਾਂ ਜਾਂ ਤਾਂ ਮੈਂ ਕੁਛ ਛੁਪਾਉਣਾ ਚਾਹੁੰਦਾ ਕਿ ਜਿਹੜਾ ਮੇਰੇ ਗਵਾਂਢੀ ਪੰਜਾਬੀ ਨੂੰ ਪਤਾ ਨਾ ਲੱਗੇ ਮੈਂ ਕੀ ਆ, ਤੇ ਜਾਂ ਫਿਰ ਮੇਰਾ ਮਾਈਂਡ ਸੈੱਟ ਇਹੋ ਜਿਹਾ ਹੋ ਚੁੱਕਿਆ ਕਿ ਮੈਂ ਪੰਜਾਬੀ ਦੇ ਨਾਲ ਵਰਤਣਾ ਨਹੀਂ ਚਾਹੁੰਦਾ। ਕਿਤੇ ਨਾ ਕਿਤੇ ਬੈਡ ਐਕਸਪੀਰੀਅੰਸ ਹੋ ਚੁੱਕਿਆ। ਪਰ ਉਸ ਇੱਕ ਬੈਡ ਐਕਸਪੀਰੀਅੰਸ ਨੂੰ ਲੈ ਕੇ ਅਸੀਂ ਪਰਸੈਪਸ਼ਨ ਨਹੀਂ ਬਣਾ ਸਕਦੇ। ਪਿਛਲੇ ਦਿਨਾਂ ਦੇ ਵਿੱਚ ਕਿੰਨੇ ਲੋਕ ਡਰੱਗ ਦੇ ਵਿੱਚ ਜਾਂ ਚੋਰੀ ਦੇ ਵਿੱਚ ਪੰਜਾਬੀ ਫੜੇ ਗਏ ਨੇ, ਇਹਦਾ ਮਤਲਬ ਤੂੰ ਮੈਂ ਵੀ ਚੋਰ ਹੋ ਗਏ? ਹਰ ਇੱਕ ਬੰਦਾ ਚੋਰ ਹੋ ਗਿਆ। ਮੈਂ ਇੱਕ ਸਰਦਾਰ ਜੀ ਦੀ ਯੂਨਿਟ ਦਿਖਾਉਣ ਗਿਆ, ਫੂਡ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀ ਯੂਨਿਟ ਰਿਲੀਜ਼ ਤੇ ਲੱਗੀ ਸੀ, ਮੈਂ ਆਪਣੇ ਕਲਾਇੰਟ ਨੂੰ ਦਿਖਾਉਣ ਗਿਆ। ਸਰਦਾਰ ਬੰਦੇ ਉਹ ਮੈਨੂੰ ਕਹਿੰਦੇ ਵੀ ਬਲਜਿੰਦਰ ਸਿੰਘ ਕਹਿੰਦੇ ਨਾ ਕਈ ਵਾਰੀ ਫੀਲ ਹੋਣ ਲੱਗਦਾ ਵੀ ਮੈਂ ਪੱਗ ਬੰਨ੍ਹੀ ਆ ਤੇ ਸਰਦਾਰ ਆ, ਮੈਂ ਬੜਾ ਤਕਲੀਫਦਾਇਕ ਆ ਵੀ ਹੁਣ ਰੀਸੈਂਟਲੀ ਜਿਹੜੇ ਸਰਦਾਰ ਬੰਦੇ ਪੱਗਾਂ ਵਾਲੇ ਦਾੜਿਆਂ ਵਾਲੇ ਫੜੇ ਗਏ ਨੇ ਡਰੱਗ ਦੇ ਵਿੱਚ। ਤੇ ਮੈਂ ਕਿਹਾ ਜੀ ਵੀ ਤੁਸੀਂ ਜਦੋਂ ਕਿਸੇ ਦੇ ਸਾਹਮਣੇ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਕਿ ਮੈਂ ਕੌਣ ਆ ਤੇ ਮੇਰੀ ਕਮਿਊਨਿਟੀ ਕਿੱਦਾਂ ਦੀ ਆ, ਨਾ ਕਿ ਤੁਸੀਂ ਇੱਕ ਦੋ ਬੈਡ ਐਪਲਸ ਨੂੰ ਰੀਪ੍ਰਜੈਂਟ ਕਰਦੇ ਹੋ। ਮੈਂ ਕਿਹਾ ਤੁਹਾਡੇ ਅੰਦਰ ਇੱਕ ਜਜ਼ਬਾ ਤੇ ਤੁਹਾਡੇ ਅੰਦਰ ਇੱਕ ਪੋਜ਼ਿਟਿਵਿਟੀ ਹੋਣੀ ਚਾਹੀਦੀ, ਜਿਹੜਾ ਕਿ ਮੂਹਰਲੇ ਬੰਦੇ ਨੂੰ ਤੁਸੀਂ ਕਨਵਿੰਸ ਕਰ ਸਕੋ ਕਿ ਹਰ ਇੱਕ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਨੇ, ਬਟ ਇਸ ਡਜ਼ਨਟ ਮੀਨ ਕਿ ਅਸੀਂ ਸਾਰੇ ਇਹੋ ਜਿਹੇ ਹਾਂ। ਬੰਦਾ ਕਹਿੰਦਾ ਯਾਰ ਉਹ ਤਕਰੀਬਨ ਕੋਈ ਅਰਾਊਂਡ 65-66 ਸਾਲ ਦੀ ਉਮਰ ਸੀ ਅੰਕਲ ਦੀ, ਉਹ ਕਹਿੰਦੇ ਵੀ ਵਧੀਆ ਲੱਗਿਆ ਆਹ ਗੱਲ ਤੇਰੀ ਸੁਣ ਕੇ। ਕਹਿੰਦੇ ਵੀ ਹਾਂ ਮੇਰੇ ਦਿਮਾਗ ਦੇ ਵਿੱਚ ਕਹਿੰਦਾ ਜਦੋਂ ਮੈਂ ਜਾਂਦਾ ਸੀ ਨਾ, ਕਹਿੰਦਾ ਮੈਨੂੰ ਅੰਦਰੋਂ ਇੱਕ ਇਨਫੀਰੀਅਰ ਕੰਪਲੈਕਸ ਹੁੰਦਾ ਸੀ ਕਿ ਜਦੋਂ ਵੀ ਮੈਂ ਕਿਸੇ ਗੋਰੇ ਨਾਲ, ਕਿਉਂਕਿ ਕਹਿੰਦਾ ਮੇਰਾ ਬਿਜ਼ਨਸ ਆ, ਕਹਿੰਦਾ ਜਦੋਂ ਉਹਨਾਂ ਨਾਲ ਜਾਂਦਾ ਮੈਂ ਸਰਦਾਰਾਂ, ਕਹਿੰਦਾ ਮੇਰੇ ਅੰਦਰ ਹੁੰਦਾ ਵੀ ਜੇ ਇਹਨਾਂ ਨੇ ਮੈਨੂੰ ਆਹ ਕੁਐਸਚਨ ਪੁੱਛ ਲਿਆ ਵੀ ਮੈਨੂੰ ਬੜਾ ਬੈਡ ਫੀਲ ਹੋ। ਕਹਿੰਦਾ ਪਰ ਹੁਣ ਮੈਨੂੰ ਬੈਡ ਫੀਲ ਨਹੀਂ ਹੋਣਾ। ਕਹਿੰਦਾ ਨਾਓ ਮੈਂ ਆਪਣੇ ਆਪ ਦੀ ਰਿਸਪੈਕਟ ਨੂੰ ਮੂਹਰੇ ਰੱਖ ਕੇ ਕਹਿੰਦਾ ਮੈਂ ਉਸ ਤਰੀਕੇ ਨਾਲ ਗੱਲ ਕਰਾਂਗਾ। ਜ਼ਰੂਰੀ ਨਹੀਂ ਕਿ ਉਹ ਮੇਰੇ ਤੋਂ ਵੱਡੇ ਨੇ ਮੈਂ ਛੋਟਾ ਵਾਂ। ਕਈ ਵਾਰੀ ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਤੁਸੀਂ ਕੋਈ ਨਾ ਕੋਈ ਗੱਲ ਹੀ ਇਹੋ ਜਿਹੀ ਕਹਿੰਦੇ ਨਾ ਦੂਸਰੇ ਬੰਦੇ ਨੂੰ, ਉਹ ਗੱਲ ਜਿਹੜੀ ਆ ਅੱਗੇ ਲੈ ਜਾਂਦੀ ਹੈਗੀ ਆ। ਸੋ ਮੇਨ ਆਪਣਾ ਮਕਸਦ ਇਹ ਆ ਕਿ ਅਸੀਂ ਇਸ ਗੱਲ ਨੂੰ ਦਿਮਾਗ ਚੋਂ ਕੱਢੀਏ ਕਿ ਮੇਰਾ ਗਵਾਂਢੀ ਕੌਣ ਆ ਕੌਣ ਨਹੀਂ, ਪਰ ਇਹ ਦੇਖੀਏ ਕਿ ਮੈਂ ਯੋਗਦਾਨ ਆਪਦੇ ਨੇਬਰਹੁੱਡ 'ਚ ਕੀ ਪਾ ਸਕਦਾ ਐਜ਼ ਏ ਇੰਡੀਅਨ ਜਾਂ ਪੰਜਾਬੀ ਜਾਂ ਕੈਨੇਡੀਅਨ ਸਿਟੀਜ਼ਨ, ਕਿ ਮੈਂ ਯੋਗਦਾਨ ਕੀ ਪਾ ਸਕਦਾ। ਆਪਾਂ ਉਹਦੇ ਅਕੋਰਡਿੰਗਲੀ ਜਿਹੜੀ ਆ ਉਹ ਆਪਣੇ ਅੱਗੇ ਇੱਥੇ ਲਿਵਿੰਗ ਸਟੈਂਡਰਡ ਆ ਜਿਹੜਾ ਉਹਨੂੰ ਦੇ ਅਕੋਰਡਿੰਗਲੀ ਬਣਾਈਏ। ਜੀ ਬਿਲਕੁਲ ਦੋਸਤੋ, ਸੋ ਪਾਰਟ 1 ਦਾ ਸਾਡਾ ਜਿਹੜਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ ਜ਼ਰੂਰ ਦੱਸਿਓ। ਜਿੱਥੇ ਕਿਤੇ ਲੱਗਦਾ ਸਾਨੂੰ, ਮੈਨੂੰ ਕਿਤੇ ਨਾ ਕਿਤੇ ਲੱਗਦਾ ਸਾਨੂੰ ਇਹ ਅਵੇਅਰਨੈਸ ਦੀ ਕਿਤੇ ਨਾ ਕਿਤੇ ਘਾਟ ਆ, ਜਾਂ ਜਿਹੜੀਆਂ ਸਾਡੀਆਂ ਕਮੀਆਂ ਸਾਡੇ 'ਚ ਕਮੀਆਂ ਉਹਨੂੰ ਕੱਢਣ ਦੀ ਲੋੜ ਆ। ਸੋ ਹੈਰੀ ਧਾਲੀਵਾਲ ਸਾਹਿਬ ਪ੍ਰੋਗਰਾਮ ਦੇਖ ਰਹੇ ਆ, ਬਹੁਤ ਧੰਨਵਾਦ ਜੀ। ਸੋ ਵਧੀਆ ਲੱਗਦਾ, ਇਹਨਾਂ ਤੋਂ ਵੀ ਬੜੇ ਅੱਛੇ ਸੁਝਾਅ ਸਾਨੂੰ ਮਿਲਦੇ ਰਹਿੰਦੇ ਹਮੇਸ਼ਾ ਹੀ। ਤੇ ਬੇਟੀ ਦੇ ਪਿਛਲੇ ਦਿਨਾਂ ਦੇ ਵਿੱਚ ਮੈਰਿਜ ਦੇ ਫੰਕਸ਼ਨ ਚੱਲ ਰਹੇ ਆ ਭਾਜੀ ਹੁਣਾਂ ਦੀ, ਬਹੁਤ ਮੁਬਾਰਕਾਂ। ਬਲਜਿੰਦਰ ਧੰਨਵਾਦ ਤੁਹਾਡਾ। ਅਖੀਰ ਦੇ ਵਿੱਚ ਆਪਣਾ ਫੋਨ ਨੰਬਰ ਤੇ ਸਵਾਲ ਬਾਰੇ ਦੱਸ ਦਿਓ ਪਲੀਜ਼। ਬਿਲਕੁਲ ਜੀ, ਕੋਈ ਵੀ ਗੱਲਬਾਤ ਕਰਨੀ ਹੋਵੇ, ਸਲਾਹ ਮਸ਼ਵਰਾ ਲੈਣਾ ਹੋਵੇ, ਰੀਅਲ ਸਟੇਟ ਦੇ ਵਿੱਚ 14 ਸਾਲ ਤੋਂ ਮੈਂ ਸਰਵਿਸ ਦੇ ਰਿਹਾ ਜੀ। 416 603 2700 ਮੇਰਾ ਫੋਨ ਨੰਬਰ ਹੈ। 416 603 2700। ਬਹੁਤ ਸ਼ੁਕਰੀਆ, ਥੈਂਕ ਯੂ ਬਲਜਿੰਦਰ। ਸੋ ਦੋਸਤੋ ਹੁਣ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਤੋਂ ਮਨਜੀਤ ਮਾਲ ਸਾਹਿਬ ਸਟੂਡੀਓ ਵਿੱਚ ਆਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਜਾਂ ਨਵਾਂ ਕੀ ਕੁਛ ਹੋ ਰਿਹਾ। ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ, ਹੁਣੀ ਵਾਪਸ ਆਏ ਜੀ।